हाँ जी दोस्तों की हाल है ठीक हो सुनाओ सेहतां कैसियां ने अज असी आए हाँ बहुत देर बाद बड़ा टाइम लगा सानू साडे शहर दे उस्ताद ने एक नाम है इन्हां दा उस्ताद इम्तियाज हीरा बीना वाले नाम दे भी हीरा ने ते अलहमदुलिल्ला वैसे भी ये साड़ी गेम ते शौक च हीरा ने एक ਡੀਸੈਂਟ ਪਰਸਨ ਇੱਕ ਅੱਛੀ ਸ਼ਖਸੀਅਤ ਨੇ ਇਸ ਸ਼ੌਕ ਦੇ ਵਿੱਚ ਨਾਲ ਸਾਡੇ ਸਿਆਲਕੋਟ ਦੇ ਇਸ ਸ਼ੌਕ ਦੇ ਖਾਦਮੇ ਆਲਾ ਬੈਠੇ ਦੇ ਨੇ ਹਾਜੀ ਨਸੀਮ ਬੂਟੀ ਸਾਹਿਬ ਇਹ ਵੀ ਕਿਸੇ ਤਾਰਫ ਦੇ ਮੁਹਤਾਜ ਨਹੀਂ ਉਸਤਾਦ ਇਮਤਿਆਜ਼ ਹੀਰਾ ਸਾਹਿਬ ਵੀ ਕਿਸੇ ਤਾਰਫ ਦੇ ਮੁਹਤਾਜ ਨਹੀਂ ਤੇ ਸ਼ੁਰੂ ਕਰਦੇ ਹਾਂ ਅਸੀਂ ਗੱਲਬਾਤ ਉਸਤਾਦ ਜੀ ਸਾਡੇ ਦੋਸਤਾਂ ਨੂੰ ਇਹ ਦੱਸੋ ਕਿ ਤੁਸੀਂ ਇਸ ਸ਼ੌਕ ਨਾਲ ਕਿੰਨੀ ਕੁ ਦੇਰ ਤੋਂ ਵਾਬਸਤਾ ਹੋ ਮੈਂ ਜੀ ਤਕਰੀਬਨ ਸਕੂਲ ਟਾਈਮ ਤੋਂ ਅੰਦਾਜ਼ਨ ਕਿੰਨੇ ਕੁ ਸਾਲ ਹੋ ਗਏ ਨੇ ਤੁਸੀਂ ਇਹ ਸਮਝ ਲਵੋ ਕਿ ਹੁਣ ਮੈਂ 50 ਸਾਲ ਤੋਂ ਉੱਪਰ ਜਾਣਾ ਪਿਆ ਮਾਸ਼ਾਅੱਲਾ ਤੇ ਕਮ ਸੇ ਕਮ ਕੁਝ 35 40 ਸਾਲ ਤੋਂ 35 40 ਸਾਲ ਮਾਸ਼ਾਅੱਲਾ 35 ਪਹਿਲੇ 40 ਬੱਚਿਆਂ ਸਾਲ। ਹੋਈਦਾ ਸੀ ਤੇ ਸਾਡੇ ਮਾਮੂ ਨੇ ਕਬੂਤਰ ਰੱਖੇ ਹੁੰਦੇ ਸਨ ਉਹਨਾਂ ਕੋਲ ਸ਼ੌਕ ਕਰੀਦਾ ਸੀ ਮੇਰੇ ਉਸਤਾਦ ਨੇ ਸ਼ੇਰ ਸਾਹਿਬ ਉਹਨਾਂ ਦੇ ਨਾਲ ਛੱਡ ਨਾਲ ਸ਼ੌਕ ਕਰੀਦਾ ਸੀ ਫਿਰ ਜਿਸ ਕਿਹੜੀ ਮੈਟ੍ਰਿਕ ਤੋਂ ਬਾਅਦ ਮੈਂ ਫਿਰ ਅਸਾਂ ਕਿਸੇ ਦੋਸਤ ਦੇ ਘਰ ਰੱਖ ਦਿੱਤੇ ਕਬੂਤਰ ਜੀ ਜੀ ਅਸਾਂ ਫਿਰ ਅਲੱਗਾ ਆਪਣੀ ਕਬੂਤਰਬਾਜ਼ੀ ਸ਼ੁਰੂ ਕਰ ਲਈ ਫਿਰ ਇਸ ਤਰ੍ਹਾਂ 400 ਚੱਲਦੀ ਗਈ ਠੀਕ ਹੈ ਤੇ ਉਸਤਾਦ ਜੀ ਕੋਈ ਬਾਜ਼ੀਆਂ ਵਗੈਰਾ ਵੀ ਤੁਸੀਂ ਖੇਡੀਆਂ ਨੇ ਕਿੰਨਾ ਅਰਸਾ ਬਾਜ਼ੀਆਂ ਖੇਡੀਆਂ ਨੇ ਕਿ ਹਜੇ ਵੀ ਖੇਡਦੇ ਹੋ ਪਏ ਬਾਜ਼ੀਆਂ ਇੱਕ ਅਰਸੇ ਤੋਂ ਹੀ ਖੇਡਨੇ ਆ ਪਏ ਮੇਰਾ ਹਾਲੇ ਕੋਈ 20-25 ਸਾਲ ਸਾਨੂੰ ਹੋਏ ਚੱਲੇ ਨੇ ਬਾਜ਼ੀਆਂ ਖੇਡਦੇ ਹੋਏ ਮਾਸ਼ਾਅੱਲਾ ਤੇ ਉਸਤਾਦ ਜੀ ਟੂਰਨਾਮੈਂਟ ਵੀ ਤੁਸੀਂ ਖੇਡਦੇ ਹੋ ਅਕਸਰ ਹਾਂਜੀ ਬਾਜ਼ੀਆਂ ਦੇ ਨਾਲ ਨਾਲ ਟੂਰਨਾਮੈਂਟ ਦਾ ਵੀ ਸ਼ੌਕ ਵੀ ਹੁੰਦਾ ਹੈ ਠੀਕ ਹੈ ਤੇ ਤੁਹਾਡੇ ਘਰ ਦੇ ਨਾਮ ਨਾਲ ਕੁਝ ਬਰੀਡਾਂ ਮਨਸੂਬ ਨੇ ਉਹਨਾਂ ਦਾ ਕੀ ਨਾਂ ਜ਼ਰਾ ਦੋਸਤਾਂ ਨੂੰ ਦੱਸੋ ਸਾਡੇ ਘਰ ਦੇ ਕਰਨਲ ਕਬੂਤਰ ਨੇ ਮਾਸ਼ਾਅੱਲਾ ਜੀ ਜਿਹੜੇ ਬਟੇਰੇ ਚੂਹੇ ਕਰਾਸ ਨੇ ਠੀਕ ਹੈ ਤੇ ਕਾਲੇ ਮੂੰਹ ਵਾਲੇ ਕਬੂਤਰ ਨੇ ਕਾਲੇ ਮੂੰਹ ਵਾਲੇ ਕਬੂਤਰ ਨੇ ਠੀਕ ਹੈ ਤੇ ਉਸਤਾਦ ਜੀ ਇਹਨਾਂ ਦੀ ਕੋਈ ਪਹਿਚਾਨ ਕੀ ਹੈ ਕੋਈ ਇਸ ਟਾਈਮ ਹੈ ਨੇ ਇੱਥੇ ਤੇ ਦਿਖਾਓ ਸਾਡੇ ਦੋਸਤਾਂ ਨੂੰ ਸ਼ੌਕ ਵੀ ਕਰਵਾਓ ਆਪਣੀ ਛੱਤ ਦਾ ਚਲੋ ਤੁਹਾਨੂੰ ਕਬੂਤਰ ਦਿਖਾ ਹਾਂ ਦਿੰਦੇ ਕਬੂਤਰ ਦਿਖਾਓ ਲਓ ਜੀ ਦੋਸਤੋ ਨਾਲ ਤੁਹਾਨੂੰ ਵਿਊ ਵੀ ਕਰਾ ਦਈਏ ਉਸਤਾਦ ਇਮਤਿਆਜ਼ ਹੀਰਾ ਬੀਨਾ ਵਾਲੇ ਜਿਹੜੇ ਨੇ ਉਹਨਾਂ ਦੀ ਛੱਤ ਦਾ ਵਿਊ ਵੀ ਹੈ ਸ਼ੀਰੀ ਕਿੱਥੇ ਉਹਨੂੰ ਕਹਦਾ ਕਿ ਤਸਵੀਰ ਵਾਲਾ ਕਬੂਤਰ ਨਹੀਂ ਆ ਵਾਲਾ ਇਹ ਜੀ ਉਸਤਾਦ ਇਮਤਿਆਜ਼ ਹੀਰਾ ਬੀਨਾ ਵਾਲਾ ਦਾ ਸ਼ੌਕ ਹੈ ਇਹ ਸਿਰਫ ਜਿਹੜਾ ਉਹਨਾਂ ਦਾ ਉਡਾਨ ਵਾਲੇ ਨੇ ਸੈਟਅਪ ਹੈ ਸਾਰਾ ਉਡਾਨ ਵਾਲੇ ਪਰਿੰਦਿਆਂ ਦਾ ਤੇ ਦੋਸਤੋ ਟੁਰਦਿਆਂ ਜ਼ਰਾ ਮੇਰੀ ਵੀਡੀਓ ਨੂੰ ਤੁਸੀਂ ਲਾਈਕ ਐਂਡ ਸ਼ੇਅਰ ਕਰੋ ਤਾਂ ਕਿ ਹੋਰ ਵੀ ਦੋਸਤ ਜੁੜ ਸਕਣ ਕਿਉਂਕਿ ਡੇ ਲਾਈਟ ਕਮ ਹੋ ਰਹੀ ਹੈ ਤੇ ਟਾਈਮ ਸਾਡੇ ਕੋਲ ਕਮ ਹੋਣਾ ਹੈ ਤੇ ਇਸ ਵਾਸਤੇ ਜਿੰਨੇ ਵੀ ਦੋਸਤ ਨਾਲ ਜੁੜ ਕੇ ਦੇਖ ਸਕਣ ਸਾਨੂੰ ਉਨਾ ਬਿਹਤਰ ਹੈ ਤੇ ਸਭ ਦੋਸਤ ਬਾਰ-ਬਾਰ ਜ਼ਰਾ ਇਹਨੂੰ ਸ਼ੇਅਰ ਕਰੋ ਵੀਡੀਓ ਨੂੰ ਜੀ ਉਸਤਾਦ ਮੋਹਤਰਮ ਤੁਹਾਡੇ ਉਸਤਾਦ ਜਿਹੜੇ ਨੇ ਉਹਨਾਂ ਦਾ ਕੀ ਨਾਮ ਹੈ ਸ਼ੇਖ ਅਫਜ਼ਲ ਸਾਹਿਬ ਸ਼ੇਖ ਅਫਜ਼ਲ ਸਾਹਿਬ ਤੇ ਕਿੰਨੀ ਕੁ ਦੇਰ ਦੇ ਤੁਸੀਂ ਉਹਨਾਂ ਦੀ ਸ਼ਾਗਿਰਦੀ ਦੇ ਵਿੱਚ ਹੋ ਸ਼ਾਗਿਰਦੀ ਚ ਤੇ ਸਮਝ ਲਵੋ ਕੋਈ ਮੈਨੂੰ ਕੋਈ 18-20 ਸਾਲ ਹੀ ਹੋ ਚੱਲੇ ਨੇ ਠੀਕ ਹੈ ਲੇਕਿਨ ਬਚਪਨ ਤੋਂ ਹੀ ਅਸੀਂ ਉਹਨਾਂ ਦੇ ਛੱਤਾਂ ਤੇ ਸ਼ੌਕ ਕਰਦੇ ਰਹੇ ਉਹਨਾਂ ਦੇ ਨਾਲ ਮਾਸ਼ਾਅੱਲਾ ਤੇ ਉਸਤਾਦ ਜੀ ਤੁਸੀਂ ਕਿਹੜੇ ਸ਼ਹਿਰ ਚ ਯਾਨੀ ਕਿ ਦਾਵਤ ਸ਼ੌਕ ਦੇ ਕੇ ਤੇ ਬਾਜ਼ੀਆਂ ਵਗੈਰਾ ਤੁਸੀਂ ਖੇਡਦੇ ਰਹੇ ਹੋ ਮੈਨੂੰ ਸ਼ਹਿਰੋਂ ਬਾਹਰ ਜ਼ਿਆਦਾ ਸ਼ੌਕ ਕਰਨ ਦੀ ਗੁਜਰਾਂਵਾਲੇ ਮੈਂ ਨਹੀਂ ਅੱਛਾ ਸਮਝਦਾ ਲੇਕਿਨ ਗੁਜਰਾਂਵਾਲੇ ਇੱਕ ਦੋ ਵਾਰੀ ਅਸਾਂ ਗੁਜਰਾਂਵਾਲੇ ਸ਼ੱਕਰਗੜ੍ਹ ਇੱਕ ਦਫਾ ਜਾਂ ਦੋ ਦਫਾ ਐਸਾ ਹੋਇਆ ਕਿ ਮੈਂ ਸ਼ਹਿਰੋਂ ਬਾਹਰ ਬਾਜ਼ੀਆਂ ਲਾਈਆਂ ਨੇ ਤੇ ਮੈਂ ਠੀਕ ਹੈ ਜ਼ਿਆਦਾਤਰ ਯਾਨੀ ਕਿ ਸਾਡੇ ਆਪਣੇ ਸ਼ਹਿਰ 'ਚ ਠੀਕ ਹੈ ਆਪਣੇ ਸ਼ਹਿਰ 'ਚ ਉਸਤਾਦ ਜੀ ਇਹ ਕਿਹੜਾ ਪਰਿੰਦਾ ਇਹ ਮੇਰਾ ਕਰਨਲ ਕਬੂਤਰ ਕਰ ਦੋ ਲੋ ਜੀ ਦੋਸਤੋ ਇਹ ਉਸਤਾਦ ਹੋਰਾਂ ਦੀ ਬਰੀਡ ਹੈ ਜਿਹੜੀ ਕਰਨਲ ਉਹਦਾ ਪਰਿੰਦਾ ਹੈ ਇਹਨਾਂ ਦਾ ਕਲਰ ਉਸਤਾਦ ਜੀ ਕਿਆ ਸਭ ਐਸੇ ਹੀ ਸ਼ੇਡ 'ਚ ਨਿਕਲਦੇ ਨੇ ਕੋਈ ਮੁਖਤਲਿਫ ਵੀ ਨਿਕਲਦਾ ਹੈ ਕਿਉਂਕਿ ਇਹ ਕ੍ਰਾਸ ਬਰੀਡ ਹੈ ਮੈਂ ਗਲਤ ਗੱਲ ਨਹੀਂ ਕਰਨਾ ਚਾਹੁੰਦਾ ਕਿ ਵੀ ਇਹ ਪਿਓਰ ਤੇ ਕ੍ਰਾਸ ਬਰੀਡ ਹੈ ਇਹ ਚੂਹੇ ਬਟੇਰੇ ਮਿਕਸ ਨੇ ਠੀਕ ਹੈ ਔਰ
ਇਹਨਾਂ 'ਚ ਬਟੇਰੇ ਵੀ ਨਿਕਲਦੇ ਨੇ, ਚੂਹੇ ਵੀ ਨਿਕਲਦੇ ਨੇ, ਮਿਕਸ ਵੀ ਨਿਕਲਦੇ ਨੇ। ਠੀਕ ਹੈ, ਯਾਨੀ ਕਿ ਡਿਫਰੈਂਟ ਸ਼ੇਡ ਨਿਕਲਦੇ ਨੇ। ਥੋੜਾ ਬਹੁਤ ਸ਼ੇਡ ਉਨੀ ਵੀ ਫਰਕ ਨਿਕਲਦੇ ਨੇ, 19 ਵੀ ਤੋਂ ਨਿਕਲ ਜਾਂਦਾ ਬਹੁਤ ਜ਼ਿਆਦਾ ਫਰਕ ਨਹੀਂ ਹੁੰਦਾ, ਤੇ ਥੋੜੇ ਬਹੁਤੇ ਫਰਕ ਆਉਂਦੇ। ਠੀਕ ਹੈ, ਇਹ ਦੱਸਾ ਜੀ ਪੱਲਾ ਦਿਖਾਓ ਜਰਾ ਦੋਸਤਾਂ ਨੂੰ। ਲੋ ਜੀ ਦੇਖੋ ਦੋਸਤੋ, ਮਾਸ਼ਾਅੱਲਾ ਪਰ ਕਿੱਡੇ ਖੂਬਸੂਰਤ ਨੇ। ਅੱਖ ਦਾ ਵਿਊ ਵੀ ਤੁਹਾਨੂੰ ਕਰਾਣੇ ਆ। ਜਿਸ ਤਰ੍ਹਾਂ ਪਰਿੰਦੇ ਦਾ ਪੱਲਾ ਖੂਬਸੂਰਤ ਹੈ, ਅੱਖ ਵੀ ਮਾਸ਼ਾਅੱਲਾ ਇਸ ਤਰ੍ਹਾਂ ਹੀ ਖੂਬਸੂਰਤ ਹੈ ਜੀ। ਜਰਾ ਇਸ ਤਰ੍ਹਾਂ ਲਾਈਟ ਵਾਲਾ ਮੈਂ ਕਰਦੇ ਆ ਦੋ ਹੱਥ ਲਾਉਣਾ, ਇਹ ਸਾਈਡ ਤੇ ਕਰਨਾ ਸੀ ਨਾ, ਹੋ ਗਿਆ। ਲੋ ਦੋਸਤੋ, ਅੱਖ ਦਾ ਵਿਊ ਕਰੋ, ਦੱਸੋ ਸਾਨੂੰ ਕੈਸੀ ਲੱਗੀ ਹੈ ਇਸ ਪਰਿੰਦੇ ਦੀ ਅੱਖ ਤੁਹਾਨੂੰ। ਤੇ ਇਹ ਪਰਿੰਦੇ ਜਿਹੜੇ ਨੇ ਸਾਡੇ ਸਿਆਲਕੋਟ 'ਚ, ਇਹ ਪਰਿੰਦੇ ਵੀ ਰਿਕਾਰਡ ਹੋਲਡਰ ਨੇ ਮਾਸ਼ਾਅੱਲਾ ਜੀ। ਸਾਡੀ ਕੋਈ ਹੋਰ ਵੀ ਪਰਿੰਦੇ ਦੋ ਤਿੰਨ ਇਸ ਸ਼ੇਡ ਸਾਨੂੰ ਦਿਖਾਓ। ਤੇਰਾ ਨਹੀਂ ਇੱਕ ਨਿਕਲਿਆ ਤਾਂ ਚਿੱਟੇ ਕੰਨਾਂ ਵਾਲਾ ਵੀ ਦਿਖਾ ਜੀ। ਉਸਤਾਦ ਜੀ ਤੁਸੀਂ ਕੋਈ ਹੋਰ ਗੱਲ ਸੁਣਾਓ ਆਪਣੇ ਸ਼ੌਕ ਦੇ ਬਾਰੇ, ਜਾਂ ਨਵੇਂ ਜਿਹੜੀ ਜਨਰੇਸ਼ਨ ਹੈ ਉਹਨੂੰ ਕੋਈ ਮੈਸੇਜ ਦੱਸੋ। ਨਵੀਂ ਜਨਰੇਸ਼ਨ ਨੂੰ ਮੇਰੇ ਤਰਫੋਂ ਮੈਸੇਜ ਹੈ ਵੇ ਕਿ ਆਪਣਾ ਕੋਈ ਵੀ ਬਿਆਨ, ਕੋਈ ਗੱਲ ਤੁਸੀਂ ਅਗਰ ਨੈਟ ਤੇ ਕਰਦੇ ਹੋ ਸੋ ਐਡੀ ਸੁਲਝੀ ਹੋਈ ਇੰਨੀ ਅੱਛੀ ਹੋਣੀ ਚਾਹੀਦੀ ਹੈ, ਕੋਈ ਦੇਖਣ ਵਾਲਾ ਕਵੇ ਕਿ ਕਿਸੇ ਅੱਛੇ ਘਰਾਣੇ ਤੋਂ, ਕਿਸੇ ਅੱਛੀ ਨਸਲ ਤੋਂ। ਜਿਸ ਅਸੀਂ ਕਬੂਤਰਾਂ ਦੀਆਂ ਵੀ ਨਸਲਾਂ ਵੇਖਦੇ ਹਾਂ, ਹਰ ਚੀਜ਼ ਦੀ ਨਸਲ ਵੇਖਦੇ ਹਾਂ, ਬਈ ਇਹ ਬਹੁਤ ਅੱਛਾ ਹੈ, ਬਹੁਤ ਅੱਛਾ ਹੈ। ਐਸੇ ਤਰ੍ਹਾਂ ਕੋਈ ਤੁਹਾਡੇ ਖਾਨਦਾਨ ਤੇ, ਕੋਈ ਤੁਹਾਡੀ ਨਸਲ ਤੇ ਨਾ ਸ਼ੱਕ ਕਰੇ ਕਿ ਯਾਰ ਇਹ ਕਿਸਾਂ ਦੀ ਗੁਫ਼ਤਗੂ ਕਰ ਰਿਹਾ। ਤੁਹਾਡੀ ਗੁਫ਼ਤਗੂ ਤੋਂ ਹੀ ਪਤਾ ਚੱਲਣਾ ਚਾਹੀਦਾ ਹੈ ਕਿ ਕੋਈ ਅੱਛਾ ਇਨਸਾਨ ਹੈ, ਕੋਈ ਸੁਲਝਿਆ ਦਾ ਇਨਸਾਨ। ਬਿਲਕੁਲ ਜੀ। ਤੁਸੀਂ ਕੋਈ ਬੁਰੀ ਗੁਫ਼ਤਗੂ ਕਰਕੇ ਕੋਈ ਬੰਦਾ ਤੁਹਾਨੂੰ ਇਹ ਨਹੀਂ ਕਹੇਗਾ ਕਿ ਬਈ ਇਹ ਬਹੁਤ ਅੱਛੀ ਗੁਫ਼ਤਗੂ ਕੀਤੀ ਹੈ ਇਹਨੇ, ਜਾਂ ਬਹੁਤ ਅੱਛਾ ਹੈ, ਜਾਂ ਕਿਸੇ ਅਸੀਂ ਉਸਤਾਦ ਦੀ ਇੱਜ਼ਤ ਉਛਾਲਨੇ ਆ। ਤੇ ਮੈਨੂੰ ਇਹ ਸਮਝਣਾ ਚਾਹੀਦਾ ਕਿ ਕੋਈ ਲਫ਼ਜ਼ ਮੈਂ ਕਿਸੇ ਲਈ ਇਸਤੇਮਾਲ ਕਰਨਾ ਤੇ ਮੈਨੂੰ ਆਪਣੇ ਆਪ ਨੂੰ ਵੀ ਉਸ ਜਗ੍ਹਾ ਤੇ ਰੱਖਣਾ ਚਾਹੀਦਾ ਕਿ ਅਗਰ ਇਹ ਮੇਰੇ ਲਈ ਉਹ ਇਸਤੇਮਾਲ ਕਰੇ ਤੇ ਮੈਂ ਕੀ ਸੋਚਾਂ। ਬਿਲਕੁਲ ਠੀਕ। ਤੇ ਫਿਰ ਬੰਦਾ ਕਿਸੇ ਲਈ ਅੱਛਾ ਫੈਸਲਾ ਕਰ ਸਕਦਾ। ਉਂਝ ਤੇ ਮੈਂ ਕਿਸੇ ਨੂੰ ਵੀ ਕਹਿ ਦਾਂਗਾ ਇਹਨੂੰ ਫਾਇਲ ਲਾ ਦਿਓ ਤੇ ਕੋਈ ਲੱਗ ਜਾਏਗਾ, ਤੇ ਜਦੋਂ ਮੇਰੀ ਵਾਰੀ ਆਏਗੀ ਫਾਇਲ ਲੱਗੇ ਤੇ ਮੈਂ ਕਹਿੰਦਾ ਮੈਨੂੰ ਮਾਫੀ ਦੇ ਦਿਓ। ਬਿਲਕੁਲ ਜੀ, ਬੜੀ ਅੱਛੀ ਗੱਲ ਕੀਤੀ ਉਸਤਾਦ ਹੋਰਾਂ ਨੇ। ਬਹੁਤ ਸੋਚ ਸਮਝ ਕੇ ਨੈਟ ਦੇ ਉੱਤੇ ਬਹੁਤ ਅੱਛੀਆਂ ਗੁਫ਼ਤਗੂ ਕਰੋ ਕਿ ਤੁਹਾਡੀ ਜ਼ਬਾਨ ਕੋਲੋਂ, ਤੁਹਾਡੀ ਕਿਸੇ ਗੱਲ ਕੋਲੋਂ ਕੋਈ ਦੂਸਰਾ ਬੰਦਾ ਮਹਿਫੂਜ਼ ਰਵੇ ਮਾਸ਼ਾਅੱਲਾ। ਤੇ ਕੋਈ ਕਵੇ ਯਾਰ ਇਹ ਕਬੂਤਰ ਪਰਵਰ, ਕੋਈ ਵਲਗਰ ਆਦਮੀ ਨਹੀਂ, ਤੁਹਾਡੀ ਗੁਫ਼ਤਗੂ ਤੋਂ ਪਤਾ ਚਲੇ। ਲੋ ਜੀ ਦੋਸਤੋ, ਇਹ ਉਸੇ ਬਰੀਡ ਦੇ ਵਿੱਚੋਂ ਦੂਸਰਾ ਪਰਿੰਦਾ ਆਇਆ। ਪਰ ਦਾ ਸ਼ੌਕ ਕਰੋ ਤੁਸੀਂ, ਪਰ ਤਕਰੀਬਨ ਸੇਮ ਹੈ ਬਰੀਡ ਦਾ, ਬਹੁਤ ਖੂਬਸੂਰਤ ਹੈ। ਜੀ ਦੋਸਤੋ, ਚਲਦਿਆਂ ਚਲਦਿਆਂ ਸਾਡੀ ਵੀਡੀਓ ਨੂੰ ਇੱਕ ਦਫਾ ਸ਼ੇਅਰ ਕਰੋ ਤਾਂ ਕਿ ਹੋਰ ਦੋਸਤ ਵੀ ਕਰਨਲ ਬਰੀਡ ਦਾ ਸ਼ੌਕ ਕਰ ਸਕਣ। ਸ਼ਾਲਾ ਜੀ ਕਿਹਾ ਨਹੀਂ ਉਹਦੇ ਛੋਟੇ ਖੁੱਡੇ 'ਚ ਜਿਹੜਾ ਕਰਨਲ ਕਬੂਤਰ ਉਹ ਵਾਲਾ। ਤਾਂ ਜੀ ਸਿਆਲਕੋਟ ਤੋਂ ਜ਼ਿਆਦਾ ਜਿਹੜੀਆਂ ਬਰੀਡਾਂ ਨੇ, ਸਭ ਤੋਂ ਅੱਛੀ ਕਿਹੜੀ ਬਰੀਡ ਨੇ ਆਪਣਾ ਰਿਕਾਰਡ ਬਣਾਇਆ ਦਾ ਹੈ? ਤਾਂ ਸਭ ਹੀ ਅੱਛੀਆਂ ਨੇ, ਸਭ ਬਹੁਤ ਅੱਛੀਆਂ ਨੇ ਜੀ ਜੀ। ਇਹਨਾਂ 'ਚ ਜਿਹੜੇ ਨੁਮਾਇਆਂ ਨੇ ਬਟੇਰੇ ਕਬੂਤਰ ਦੇ ਸਭ ਤੋਂ ਅੱਗੇ ਨੇ। ਠੀਕ ਹੈ। ਛੱਤ ਵਾਲੇ ਕਬੂਤਰ ਵੀ ਇਹਨਾਂ ਵੀ ਆਪਣੇ ਵਕਤ ਵਿੱਚ ਬਹੁਤ ਅੱਛੀ ਪਰਫਾਰਮੈਂਸ, ਜੇ ਸਦੀਕੀ ਸਾਹਿਬ ਦੇ ਸਨ, ਸਦੀਕੀ ਸਾਹਿਬ ਵਾਲੇ ਦੇ ਛੱਤ। ਤੇ ਬਾਕੀ ਇਹ ਹੈ ਕਿ ਕਬੂਤਰ ਨਸਲ ਜਿਹੜਾ ਤੁਹਾਨੂੰ ਆਪਣੀ ਨਸਲ ਵਿੱਚ ਅੱਛਾ ਮਿਲ ਜਾਏ ਉਹ ਅੱਛਾ ਹੀ ਹੈ। ਬੜੀ ਅੱਛੀ ਗੱਲ ਨੇ ਤੇ ਇਹਨਾਂ ਦਾ ਵੀ ਆਪਣਾ ਇੱਕ ਕਿਰਦਾਰ ਰਿਹਾ, ਟੁਨੀਏ ਨੇ ਉਹਨਾਂ ਦਾ ਵੀ ਆਪਣਾ ਇੱਕ ਕਿਰਦਾਰ ਰਿਹਾ। ਲੇਕਿਨ ਨਮਾਇਆ ਜਿਹੜੇ ਬਹੁਤ ਜ਼ਿਆਦਾ, 100 ਕਬੂਤਰ ਸਿਆਲਕੋਟ ਚ ਉੱਡਦਾ ਪਿਆ ਤੇ 90 ਕਬੂਤਰ ਹੈ ਬਟੇਰੇ ਹੀ ਉੱਡੇ। ਬਿਲਕੁਲ ਸਹੀ ਹੈ। ਸਾਹ ਜੀ ਅਕਸਰ ਮੈਨੂੰ ਪੁੱਛਦੇ ਨੇ ਦੋਸਤ, ਜਿਹੜੇ ਕਬੂਤਰਾਂ ਚ ਅਸਾਂ ਦੇਖਿਆ ਬਟੇਰਾ ਪਰ ਨਹੀਂ ਪਿਆ ਸਿਆਲਕੋਟੀਆਂ ਚ, ਉਹ ਵੀ ਕਬੂਤਰ ਮੁਕੰਮਲ ਨਹੀਂ ਹੋਏ। ਬਿਲਕੁਲ ਬਿਲਕੁਲ ਇਸ ਤਰ੍ਹਾਂ ਹੀ ਉਹਨਾਂ ਦੀ, ਇਸ ਤਰ੍ਹਾਂ ਹੀ ਬਟੇਰੇ ਕਬੂਤਰ ਕਿਸੇ ਦੇ ਮੁਹਤਾਜ ਨਹੀਂ ਹੈ, ਮੁਕੰਮਲ ਕਬੂਤਰ ਨੇ। ਬਾਕੀ ਜਿੰਨੀਆਂ ਵੀ ਬਰੀਡਾਂ ਹੋਈਆਂ ਨੇ ਇਹਨਾਂ ਨੂੰ
ਕਿਸੇ ਨਾ ਕਿਸੇ ਬਟੇਰਿਆਂ ਦੀ ਮੁਤਾਜ਼ਗੀ ਹੈ। ਟੈਡੀਆਂ 'ਚ ਵੀ ਅਗਲੇ ਨੇ ਬਟੇਰੇ ਟੱਚ ਕੀਤੇ ਦੇ ਨੇ, ਬੜਾ ਕੁਝ ਹੈ। ਦੇਖੋ ਜੀ, ਸਾਡੇ ਹਿਸਾਬ ਨਾਲ ਟੈਡੀਆਂ 'ਚ ਵੀ ਜਿਹੜੀ ਉਹਨਾਂ ਨੇ ਰੰਗਾਂ ਵਾਲੀ ਮਾਦੀ ਜੀ ਜੀ ਮਿਸੀ ਦੀਨ ਸਾਹਿਬ ਨੇ ਜਾਂ ਉਹਨਾਂ ਦੇ ਭਾਈ ਨੇ ਰਿਸ਼ੀ ਟੈਡੀ ਸਾਹਿਬ ਨੇ ਜੀ, ਉਹ ਸਾਹਿਬ ਨੇ ਉਹਨਾਂ ਨੇ ਜਿਹੜੀ ਆ ਮਾਦੀ ਪਾਈ ਸੀ, ਉਹ ਸਾਡੇ ਹਿਸਾਬ ਨਾਲ ਸਿਆਲਕੋਟ ਹੀ ਮਾਦੀ ਸੀ। ਬਿਲਕੁਲ ਜੌਂਸਰੀ, ਕਿਉਂਕਿ ਕਸੂਰ ਵਿੱਚ ਕੋਈ ਚਿੱਟੀਆਂ ਅੱਖਾਂ ਵਾਲੇ ਕਬੂਤਰ ਤਾਂ ਨਹੀਂ ਸਨ ਹੈ। ਬਿਲਕੁਲ। ਤੇ ਜਿਹੜੇ ਮਿਸਤਰੀਆਂ ਨੇ 5-6 ਨਸਲਾਂ ਪਾ ਕੇ ਬਣਾਏ ਹੋਏ ਸਨ, ਉਹਨਾਂ 'ਚ ਜਦੋਂ ਉਹ ਮਾਦੀ ਪਾਈ ਤੇ ਉਹ ਫਿਰ ਮਸ਼ਹੂਰ ਵੀ ਹੋਏ। ਉਹ ਚਿੱਟੀਆਂ ਅੱਖਾਂ ਵਾਲੇ ਵੀ ਨਿਕਲਣੇ, ਔਰ ਪਰਵਾਜ਼ਾਂ ਵੀ ਉਹਨਾਂ ਦੀਆਂ ਨਮਾਇਆਂ ਹੋ ਗਈਆਂ, ਉਹਨਾਂ ਦੀਆਂ ਵਾਪਸੀਆਂ, ਹਰ ਚੀਜ਼ ਮੁਕੰਮਲ ਹੋ ਗਈ। ਐਸੇ ਲਈ ਟੈਡੀ ਕਬੂਤਰ ਜਿਹੜੇ ਅੱਛੇ ਟੈਡੀ ਕਬੂਤਰ ਨੇ, ਉਹ ਵੀ ਮੁਕੰਮਲ ਕਬੂਤਰ ਨੇ। ਬਿਲਕੁਲ, ਯਾਨੀ ਕਿ ਜਿਹੜੇ ਅੱਛੇ ਓਰੀਜਨਲ ਟੈਡੀ ਨੇ, ਜਿਹੜੇ ਓਰੀਜਨਲ ਅੱਛੇ ਸਾਹਿਬ ਵਾਲੇ ਟੈਡੀ, ਉਹਨਾਂ ਦੀਆਂ ਵਾਪਸੀਆਂ ਵੀ ਸਾਡੇ ਕਬੂਤਰਾਂ ਅੰਦਰ ਨੇ। ਉਹ ਉਹਨਾਂ ਦੇ ਜਾਨ ਆਉਣ ਦੇ ਐਵਰੇਜਾਂ ਵੀ ਘੱਟ ਨੇ, ਉਹ ਐਡੇ ਚਿੱਟੀਆਂ ਅੱਖਾਂ ਵਾਲੇ, ਐਡੀਆਂ ਸਾਫ਼ ਅੱਖਾਂ ਵਾਲੇ ਵੀ ਨਹੀਂ। ਹਾਂ ਬਿਲਕੁਲ ਜੀ, ਮਿਕਸ ਕਬੂਤਰ ਨਿਕਲਦੇ ਜੀ। ਨਦੀਮ ਸ਼ਹਜ਼ਾਦ ਸਾਹਿਬ ਸਾਹੀਵਾਲ ਤੋਂ ਤੁਹਾਨੂੰ ਸਲਾਮ ਕਹਿ ਰਹੇ ਨੇ, ਹੋਰ ਵੀ ਕਾਫੀ ਸਾਰੇ ਦੋਸਤ ਸਲਾਮ ਕਹਿ ਰਹੇ। ਲੋ ਜੀ, ਇੱਕ ਇਹ ਵੀ ਦੇਖੋ ਦੋਸਤੋ, ਇਹ ਵੀ ਕਰਨਲ ਬਰੀਡ ਹੈ। जैसा कि उस्ताद होरां कहा है कि डिफरेंट निकलते हैं, इन्हां दे शेड कोई एक मखसूस कलर नहीं है। यह भी देखो बिल्कुल मुख्तलिफ उन्हां तो जिहड़े अगे दो दिखाए ने। ज्यादा नहीं आ गया जी ज्यादा चूहा नुमाया हो गया। देखो इसलिए ये दिखाया कि किसी नूं पता लगो बटेरा निकलेंदे ने या चूहा निकलिया दा सही, चूंकि चूहे बटेरे मिक्स हैं। ਤੁਹਾਡੀ ਬਹੁਤ ਅੱਛੀ ਬਰੀਡ ਹੈ ਮਾਸ਼ਾਅੱਲਾ, ਦਾ ਬੜਾ ਨਾਂ ਹੈ ਜੀ। ਅਸੀਂ ਇਹਦਾ ਨਾਂ ਦੇਖੋ ਜੀ, ਇਹ ਇੱਕ ਮੁਕੰਮਲ ਕਬੂਤਰ ਨੇ ਜਿਨ੍ਹਾਂ ਦਾ ਸਾਨੂੰ ਮਜ਼ਾ ਆਇਆ। ਇਹਨਾਂ ਤੋਂ ਬਾਅਦ ਸਾਨੂੰ ਕਿਸੇ ਕਬੂਤਰ ਦਾ ਸ਼ੌਕ ਨਹੀਂ ਰਿਹਾ ਕਿ ਅਸੀਂ ਸਾਨੂੰ ਉਸ ਕਬੂਤਰ ਦਾ ਸ਼ੌਕ ਹੋਵੇ। ਜਦੋਂ ਇਹ ਨਸਲ ਮੇਰੇ ਕੋਲ ਬਣੀ ਸੀ ਅੱਜ ਤੋਂ 30 ਸਾਲ ਪਹਿਲਾਂ, 25 ਸਾਲ ਪਹਿਲਾਂ, ਤੇ ਮੈਂ ਕਿਧਰੋਂ ਕਬੂਤਰ ਲਿਆਣਾ ਛੱਡ ਦਿੱਤਾ। ਬਹੁਤ ਅੱਛਾ ਮਾਸ਼ਾਅੱਲਾ, ਬਹੁਤ ਅੱਛਾ। ਅੱਜ ਵੀ ਕੋਈ ਬੰਦਾ ਦੋਸਤ ਮੈਨੂੰ ਇਹ ਨਹੀਂ ਕਹਿ ਸਕਦਾ ਕਿ ਹੀਰਾ ਸਾਹਿਬ ਆਏ ਹਨ ਤੇ ਮੇਰੇ ਕੋਲ ਕਬੂਤਰ ਲੈ ਗਏ। ਹਾਲਾਂਕਿ ਅਲਹਮਦੁਲਿਲਾ ਭਾਈ ਮੇਰੇ ਦੋਸਤ ਮੇਰੇ ਇੰਨੀ ਇੱਜ਼ਤ ਕਰਦੇ ਨੇ ਕਿ ਕਿਸੇ ਕਬੂਤਰ ਨੂੰ ਦੇਖਦੇ ਆ ਉਹਨਾਂ ਨੂੰ ਕਹਿੰਦੇ ਬਹੁਤ ਅੱਛਾ ਹੈ ਜੀ, ਉਹ ਅਗਲੇ ਕਹਿੰਦੇ ਨੇ ਜੀ ਹੀਰਾ ਸਾਹਿਬ ਤੁਸੀਂ ਨਾਲ ਲੈ ਜਾਓ। ਬਿਲਕੁਲ ਬਿਲਕੁਲ। ਉਹਨਾਂ ਭਾਈਆਂ ਦਾ ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ ਹੈ ਕਿ ਲੋਕੀ ਕਰਦੇ ਨੇ। ਲੇਕਿਨ ਇਹ ਕਿ ਸਾਨੂੰ ਸ਼ੌਕ ਹੈ ਨਾ ਕਬੂਤਰਾਂ ਦਾ, ਕਰਨਲ ਕਬੂਤਰਾਂ ਦਾ। ਠੀਕ ਹੈ ਉਸਤਾਦ ਜੀ, ਅਕਸਰ ਮੈਨੂੰ ਫੇਸਬੁੱਕ ਤੇ ਪੁੱਛਦੇ ਨੇ ਦੋਸਤ ਕਿ ਜੀ ਫਲਾਂ ਕਬੂਤਰ ਹੈ, ਯਾਨੀ ਕਿ ਫਲਾਂ ਨਸਲ ਹੈ, ਜੈਸਾ ਕਿ ਇੱਕ ਰੱਖ ਲੈਣਾ ਗੋਲਡਨ ਹੈ, ਤੇ ਉਹਦੇ ਨਾਲ ਕਿਹੜੀ ਨਸਲ ਦਾ ਕ੍ਰਾਸ ਦਈਏ ਤੇ ਚੰਗਾ ਰਹੇਗਾ। ਬਟੇਰਾ ਹੈ ਤੇ ਉਹਦੇ ਨਾਲ ਕਿਹੜੀ ਨਸਲ ਦਾ ਕ੍ਰਾਸ ਦਈਏ ਤੇ ਅੱਛਾ ਰਹੇਗਾ। ਕਿਆ ਨਸਲਾਂ ਦਾ ਕ੍ਰਾਸ ਅੱਛਾ ਹੁੰਦਾ ਹੈ ਜਾਂ ਅੱਛੇ ਕਬੂਤਰਾਂ ਦਾ ਕ੍ਰਾਸ ਅੱਛਾ ਹੁੰਦਾ ਹੈ? ਨਸਲਾਂ ਦਾ ਕ੍ਰਾਸ ਕੋਈ ਚੀਜ਼ ਨਹੀਂ ਜੀ ਜੀ, ਕ੍ਰਾਸ ਅੱਛੇ ਕਬੂਤਰਾਂ ਦਾ। ਵੈਰੀ ਗੁੱਡ। ਤੁਹਾਨੂੰ ਕ੍ਰਾਸ ਕਰਨ ਲਈ ਆਪਣੇ ਕਬੂਤਰ ਦਾ ਬਾਡੀ ਫਰੇਮ, ਆਪਣੇ ਕਬੂਤਰ ਦਾ ਪਰ ਪੁਰਜ਼ਾ ਦੇਖ ਕੇ ਤੇ ਫਿਰ ਦੂਸਰੇ ਕਬੂਤਰ ਦਾ ਮਿਲਾਪ ਉਹ ਕਰਨਾ ਚਾਹੀਦਾ ਜਿਹੜਾ ਉਹਨੂੰ ਬੈਲੈਂਸ ਵਿੱਚ ਲਿਆਏ। ਅਗਰ ਤੁਹਾਡੇ ਕਬੂਤਰ ਦਾ ਬਾਡੀ ਫਰੇਮ ਵੱਡਾ ਹੈ, ਸਖਤ ਹੈ, ਤੇ ਮਾਦੀ ਤੁਸੀਂ ਉਹਦਾ ਨਰਮ ਜਿਸਮ ਦੀ, ਥੋੜੀ ਮੁਲਾਇਮ, ਤੇਜ਼ ਕੁੰਦਿਆਂ ਵਾਲੀ ਲਾ ਲਓ। ਠੀਕ ਹੈ, ਤਾਂ ਕਿ ਬੈਲੈਂਸ ਤੇ ਬਰਕਰਾਰ ਹੋਵੇ ਤੇ ਉਹ ਤੁਸੀਂ ਦੇਖੋਗੇ ਕਿ ਪਰਫਾਰਮੈਂਸ ਵੀ ਅੱਛੀ ਕਰਨਗੇ। ਠੀਕ ਹੈ। ਤੇਜ਼ ਨਾਲ ਤੇਜ਼ ਲਾ ਦੋਗੇ ਜ਼ਿਆਦਾ ਤੇਜ਼ ਹੋ ਜਾਣਗੇ, ਸਲੋ ਨਾਲ ਸਲੋ ਲਾਓਗੇ ਜ਼ਿਆਦਾ ਸਲੋ। ਬਿਲਕੁਲ। ਹਾਰਡ ਨਾਲ ਹਾਰਡ ਲਾਓਗੇ ਜ਼ਿਆਦਾ ਹਾਰਡ ਹੋ ਜਾਏਗਾ, ਨਰਮ ਨਾਲ ਨਰਮ ਲਾਓਗੇ ਜ਼ਿਆਦਾ ਨਰਮ ਹੋ ਜਾਏਗਾ। ਬਿਲਕੁਲ। ਇੱਕ ਉਸਤਾਦ ਜੀ ਬੜਾ ਇੰਟਰਸਟਿੰਗ ਸਵਾਲ ਹੈ, ਕਿਆ ਇਹ ਚੀਜ਼ਾਂ ਆਪਣੇ ਆਪ ਬੰਦਾ ਸਿੱਖ ਲੈਂਦਾ ਜਾਂ ਕਿਸੇ ਦੀ ਰਹਿਨਮਾਈ ਚਾਹੀਦੀ ਹੈ? ਆਪਣੇ ਆਪ ਤੇ ਨਹੀਂ ਆਉਂਦੀ, ਇਹ ਯਾਰਾਂ ਦੋਸਤਾਂ ਕੋਲੋਂ ਸਿੱਖਣੀ ਮਿਲਦੀ ਹੈ। ਕੋਈ ਮੈਂ ਤੁਹਾਡੇ ਕੋਲ ਸਿੱਖਾਂਗਾ, ਕੋਈ ਤੁਸੀਂ ਮੇਰੇ ਕੋਲ ਸਿੱਖੋਗੇ। ਜਿਸ ਤਰ੍ਹਾਂ ਕਿ ਕਿਸੇ ਚੀਜ਼ ਦੇ ਦੋ ਰੁਖ ਨੇ, ਇਹ ਤੁਹਾਨੂੰ ਨਜ਼ਰ ਆਉਂਦਾ, ਮੈਨੂੰ ਨਜ਼ਰ ਆਉਂਦਾ। ਤੁਸੀਂ ਇਹ ਦੇਖਿਆ, ਮੈਂ ਦੇਖਿਆ, ਜਦੋਂ ਇਹਨਾਂ ਦੋਵਾਂ ਦਾ ਮੁਆਜ਼ਨਾ ਕਰਾਂਗੇ ਤੇ ਫਿਰ ਸਮਝ ਆਏਗੀ ਨਹੀਂ ਅਸਲ ਇਹ ਗੱਲ ਹੈ, ਦੋ ਮੁਕੰਮਲ ਇਹਦੇ ਨਾਲ ਹੋਣਾ। ਠੀਕ ਹੈ। ਐਸੇ ਤਰ੍ਹਾਂ ਕੋਈ ਚੀਜ਼ ਦਾ ਜਿਹਦਾ ਤੁਹਾਨੂੰ ਇਲਮ ਹੈ, ਤੁਸੀਂ ਆਓਗੇ, ਤੁਸੀਂ ਤਸਕਰਾ ਕਰੋਗੇ, ਮੇਰੇ ਜ਼ਿਹਨ 'ਚ ਬੈਠੇਗੀ, ਕੋਈ ਮੈਂ ਕਰਾਂਗਾ ਤੁਹਾਡੇ ਜ਼ਿਹਨ 'ਚ ਬੈਠੇਗੀ। ਜਿੰਨੇ ਵੀ ਉਸਤਾਜ਼ਾ ਕਰਾਮ ਨੇ ਇੰਝ ਹੀ ਸਿੱਖੇ ਨੇ। ਬਿਲਕੁਲ। ਔਰ ਬਹੁਤ ਸਾਰੇ, ਅਗਰ ਤੁਸੀਂ ਦੇਖੋ, ਤੁਹਾਡੀ ਖਾਸ਼ ਹੋਣੀ ਚਾਹੀਦੀ ਹੈ ਕਿ ਜਿਹੜਾ ਕੋਈ ਪਰਿੰਦਾ ਅੱਛਾ ਉੱਡਦਾ ਜਾਂ ਜਿਨ੍ਹਾਂ ਕੋਲ ਅੱਛੇ ਕਬੂਤਰ ਨੇ, ਅੱਛੇ ਉੱਡਦੇ ਨੇ, ਉਹਨਾਂ ਦੇ ਤੁਸੀਂ ਕਬੂਤਰ ਦੇਖੋ। ਜਿਹੜਾ ਖਾਸ ਤੌਰ ਤੇ ਉਹ ਕਬੂਤਰ ਜਿਹੜੇ ਬਹੁਤ ਅੱਛੀ ਪਰਫਾਰਮ ਕਰਦੇ ਉਹਨਾਂ ਨੂੰ ਦੇਖੋ, ਤੁਹਾਨੂੰ ਆਪੇ ਸਮਝ ਆਉਂਦੀ ਹੈ ਕਿ ਵੀ ਇੱਕ ਅੱਛੇ ਕਬੂਤਰ ਲਈ ਕੀ ਚਾਹੀਦਾ। ਤੇ ਬਾਕੀ ਅਸੀਂ ਜਿੰਨੇ ਭਾਈ ਹਾਂ, ਜਿੰਨੇ ਉਸਤਾਦ ਦਾ ਕਰਾਮ ਆ, ਜਿੰਨੇ ਵੀ ਅਸੀਂ ਆਈਡੀਆ ਇੱਕ ਲਾ ਸਕਦੇ ਹਾਂ, 100% ਨਹੀਂ ਕਹਿ ਸਕਦੇ। ਕੋਈ ਬੰਦਾ ਵੀ ਅਗਰ ਮੈਂ ਐਡਾ 100% ਕਹਾਂ ਜੀ ਇਹ ਕਬੂਤਰ ਇੰਝ, ਅੱਡੀ ਇੰਝ, ਜੋੜ ਇੰਝ, ਕੁੰਦਾ ਇੰਝ, ਅੱਖ ਹੋਵੇ, ਇਹ ਡਿੱਗਦੇ ਨਹੀਂ,
ਤੇ ਮੈਨੂੰ 200 300 ਪੁੱਟਣ ਦੀ ਜ਼ਰੂਰਤ ਨਹੀਂ। ਵੈਰੀ ਗੁੱਡ। ਸਹੀ ਬਾਤ। ਯਾਨੀ ਕਿ ਦੂਸਰੇ ਲਫ਼ਜ਼ਾਂ 'ਚ ਕਿਹਾ ਸਮੁੰਦਰ ਹੈ, ਮੈਂ ਇਹਦੀ ਗੱਲ ਗਹਿਰਾਈ ਕਰਦਾ ਕੋਈ ਨਹੀਂ। ਮੈਂ ਐਡਾ ਪਰਫੈਕਟ ਹੋ ਜਾ ਕਿ ਵੀ ਅਸੀਂ ਗੈਸ ਲਾ ਕੇ ਤੇ ਕਹਿੰਦੇ ਫਿਰਨੇ ਫਲਾਣਾ ਕਬੂਤਰ ਨਹੀਂ ਡਿੱਗਦਾ ਤੇ ਫਲਾਣਾ ਨਹੀਂ ਡਿੱਗਦਾ। ਤੁਸੀਂ ਇਹ ਫੜਾਈਆਂ ਕੋਲ ਜਾਓ, ਭਰੇ ਪਏ ਦੇ ਨੇ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਬੰਦ ਜੋੜਾਂ ਵਾਲੇ, ਵੱਡੀਆਂ ਹੱਡੀਆਂ ਵਾਲੇ, ਤੇ ਨਹੀਂ ਡਿੱਗਦੇ ਤੇ ਕਿਸੇ ਵੇਲੇ ਖੁੱਲੀਆਂ ਹੱਡੀਆਂ ਵਾਲੇ ਦੇਖਦੇ। ਮੇਨ ਕਿਰਦਾਰ ਹੈ ਉਹਦੇ ਬਲੱਡ ਦਾ। ਮਾਸ਼ਾਅੱਲਾ ਜੀ, ਬੜੀ ਅੱਛੀ ਗੱਲ ਹੈ। ਮਾਸ਼ਾਅੱਲਾ, ਬਹੁਤ ਅੱਛੀ ਗੱਲ ਹੈ। ਔਰ ਅਸਮਾਨ ਲੈਬਾਰਟਰੀ ਹੈ। ਬਿਲਕੁਲ। ਤੁਸੀਂ ਜਿਹੜਾ ਇਸ ਲੈਬਾਰਟਰੀ ਟੈਸਟ 'ਚ ਪਾਸ ਹੁੰਦਾ ਨਾ, ਉਹੀ ਪਾਸ ਹੈ। ਬੇਸ਼ੱਕ ਬੇਸ਼ੱਕ। ਖੁੱਡਿਆਂ 'ਚ ਜਿੱਡਾ ਮਰਜ਼ੀ ਉਹ ਪਰਫੈਕਟ ਲੱਗਦਾ, ਇੱਥੇ ਆ ਕੇ ਫੇਲ ਹੈ ਤਾਂ ਫੇਲ ਹੈ। ਦੋਸਤੋ ਚੱਲਦਿਆਂ ਚੱਲਦਿਆਂ ਜ਼ਰਾ ਸਾਡੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰੋ ਤਾਂ ਕਿ ਸਾਡੇ ਨਾਲ ਹੋਰ ਵੀ ਦੋਸਤ ਜੁੜ ਸਕਣ ਤੇ ਉਸਤਾਦ ਹੋਰਾਂ ਦੀਆਂ ਮੁਫੀਦ ਤਜਰਬੇ ਵਾਲੀਆਂ ਤੇ ਅੱਛੀਆਂ ਗੱਲਾਂ ਨੂੰ ਸੁਣ ਸਕਣ। ਉਸਤਾਦ ਜੀ, ਕਸੂਰ ਦੇ ਕਬੂਤਰ ਜਿਹੜੇ ਨੇ, ਮੇਰਾ ਖਿਆਲ ਕਿ ਲਾਹੌਰ 'ਚ ਜਿਹੜੇ ਸਾਰੇ ਕਬੂਤਰ ਨੇ ਕਸੂਰ ਤੋਂ ਹੀ ਨੇ, ਬਿਲੋਂਗ ਕਰਦੇ ਨੇ। ਲਾਹੌਰ ਦੀ ਆਪਣੀ ਤੇ ਬਰੀਡ ਨਹੀਂ ਸੀ। ਨਹੀਂ, ਲਾਹੌਰ ਦੀ ਆਪਣੀ ਕੋਈ ਬਰੀਡ ਨਹੀਂ ਸੀ। ਉਹਨਾਂ ਕੁਝ ਸਿਆਲਕੋਟੋਂ ਕੁਝ ਲਾਹੌਰ ਵਾਲੇ ਮਿਕਸ ਕਰਕੇ ਕਸੂਰ ਵਾਲੇ ਮਿਕਸ ਕੀਤੇ ਜੀ ਜੀ। ਤੇ ਉਹਨਾਂ ਨੇ ਆਪਣੀਆਂ ਬਰੀਡਾਂ ਬਣਾਈਆਂ ਨੇ, ਜਿਨ੍ਹਾਂ ਬਣਾਈਆਂ ਨੇ। ਤੁਸੀਂ ਹੁਣ ਟੈਡੀ ਕਬੂਤਰ ਦੇਖ ਲਓ ਤੇ ਲੋਕਾਂ ਨੇ ਉਹਨਾਂ 'ਚ ਪਾ ਪੂ ਕੇ ਤੇ ਮੁਖਤਲਿਫ ਤਰ੍ਹਾਂ ਦੇ ਹਰ ਬੰਦੇ ਨੇ, ਜਿਹਨੂੰ ਸੇਠ ਵਾਲੇ ਟੈਡੀ ਨੇ ਤੇ ਇੱਕ ਮੁਖਤਲਿਫ ਤਰ੍ਹਾਂ ਦੇ ਨੇ, ਸਖੀ ਵਾਲੇ ਚੋਂ ਸਖੀ ਸਾਹਿਬ ਵਾਲੇ ਟੈਡੀ ਨੇ ਮੁਖਤਲਿਫ ਨੇ, ਮਹਿਰ ਹੋਰਾਂ ਵਾਲੇ ਟੈਡੀ ਨੇ ਮੁਖਤਲਿਫ ਨੇ। ਐਸੇ ਤਰ੍ਹਾਂ ਹੀ ਲੋਕਾਂ ਨੇ ਆਪਣੀਆਂ ਜਿਹੜੀਆਂ ਬਰੀਡਾਂ ਫਿਰ ਬਾਅਦ 'ਚ ਬਣਾਈਆਂ ਨੇ, ਉਹਨਾਂ ਨੇ ਆਪਣੇ ਕੋ ਪਰ ਵਿੱਚ ਪਾਏ ਨੇ ਤੇ ਉਹਨਾਂ ਨੇ ਆਪਣੀ ਮਰਜ਼ੀ ਦੇ ਉਹ ਪਰਿੰਦੇ ਬਣਾ ਲਏ ਨੇ। ਜਿਹੜੇ ਵੀ ਕਿਸੇ ਦੇ ਬਣੇ ਨੇ, ਜਿਹੜੇ ਅੱਛੇ ਜਾਨਵਰ ਨੇ, ਉਹ ਅੱਛੀ ਪਰਫਾਰਮ ਕਰਦੇ ਨੇ। ਕਦੀ ਵੀ ਕਿਸੇ ਬਰੀਡ ਦਾ ਅਫਸਾ ਨਾਂ ਨਹੀਂ ਹੁੰਦਾ ਜਿਹੜੀ ਅੱਛੀ ਉੱਡਦੀ ਨਹੀਂ। ਬਿਲਕੁਲ ਜੀ, ਬਿਲਕੁਲ। ਤੇ ਉਸਤਾਦ ਮੁਹਤਰਮ, ਤੁਹਾਡੇ ਕੋਲ ਕਾਲੇ ਮੂੰਹ ਵਾਲੇ ਵੀ ਨੇ, ਉਹਨਾਂ ਦਾ ਵੀ ਸ਼ੌਕ ਕਰਵਾਓ। ਹਾਂਜੀ, ਸ਼ਰੇ उनका काले मुंह वाला कोई कबूतर ला गया। ਉਸਤਾਦ ਜੀ, ਜਿਹੜੇ ਕਮੱਗਰ ਨੇ, ਤੁਸੀਂ ਸਾਡੇ ਨਾਲ, ਤੁਹਾਡੀ ਉਮਰ ਵੀ ਮਾਸ਼ਾਅੱਲਾ ਜ਼ਿਆਦਾ ਹੈ, ਸਾਡੇ ਨਾਲ ਤਜਰਬਾ ਵੀ ਤੁਹਾਡਾ ਬਹੁਤ ਜ਼ਿਆਦਾ ਹੈ, ਤੇ ਜਿਹੜੇ ਕਮੱਗਰ ਨੇ ਅੱਜ ਕੱਲ ਲਾਲ ਸੁਰਖ ਅੱਖਾਂ 'ਚ ਨੇ, ਕਿਆ ਪਹਿਲੇ ਵੀ ਕਮੱਗਰ ਇੰਜ ਸਨ ਜਿਹੜੇ ਓਰੀਜਨਲ ਸਨ? ਕਮੱਗਰ ਕਬੂਤਰ ਲਾਲ ਅੱਖਾਂ ਵਾਲੇ ਗਿਣੇ ਗਏ ਨੇ, ਕਿਉਂਕਿ ਜਿੰਨੇ ਬਰੀਡਾਂ ਲਾਲ ਅੱਖਾਂ ਵਾਲੀਆਂ ਬਣੀਆਂ ਨੇ, ਡੱਬ ਵਾਲੇ ਲਾ ਲਓ, ਗੋਲਡਨ ਲਾ ਲਓ, ਕੋਈ ਲਾ ਲਓ, ਕੋਈ ਲਮਾਰੀ ਵਾਲਾ ਬਣ ਗਿਆ, ਕੋਈ ਦੂਸਰਾ ਕਿਸ ਤਰ੍ਹਾਂ ਦਾ ਬਣ ਗਿਆ, ਉਹ ਐਸੇ ਤਰ੍ਹਾਂ ਹੀ ਬਣ ਜਾਂਦੇ ਨੇ ਕਿ ਵੀ ਉਹ ਕਮੱਗਰਾਂ ਵਿੱਚੋਂ ਹੀ ਬਣੇ ਨੇ। ਬਿਲਕੁਲ ਸਹੀ। ਸਭ ਦੇ ਪਿੱਛੇ ਮੇਨ ਕਮੱਗਰ ਹੀ ਨੇ। ਠੀਕ ਹੈ। ਕਮਾਨਗਰਾਂ ਵਾਲੇ ਕਬੂਤਰ ਸਨ, ਉਹ ਕਮੱਗਰ ਬਣ ਗਏ। ਜੀ ਜੀ। ਉਹੋ ਹੀ ਕਬੂਤਰਾਂ ਦੇ ਨਾਲ ਪੈ ਕੇ ਤੇ ਕੋਈ ਗਾੜੇ ਪੇ ਤੋਂ ਡੱਬ ਵਾਲੇ ਬਣ ਗਏ। ਸਹੀ। ਲਾਈਟ ਪੇ ਮੋਤੀਆਂ ਵਾਲੇ, ਕੋਈ ਲਾਈਟ ਐਸਾਂ ਦੇ ਪੇ ਤੇ ਉਹ ਬਣ ਗਏ, ਗੋਲਡਨ ਬਣ ਗਏ। ਠੀਕ ਹੈ। ਤੂੰ ਐਸੇ ਤਰ੍ਹਾਂ ਕੋਈ ਜਿਸਾਂ ਕਿਸੇ ਨੇ ਕੀਤਾ, ਕਿਸੇ ਨੇ ਆਪਣੀ ਬਰੀਡ ਦਾ ਨਾਂ ਰੱਖ ਲਿਆ। ਉਹ ਇਹਨਾਂ ਵਿੱਚੋਂ ਹੀ ਬਣੇ ਨੇ, ਜਿਹੜੇ ਹੀਰਾ ਲਾਲ ਤੇ ਦੂਜੇ ਤੀਜੇ ਜਿੰਨੇ ਕਬੂਤਰ ਬਣੇ ਨੇ, ਉਹ ਕਮੱਗਰਾਂ ਚੋਂ ਬਣੇ। ਜਿਸ ਤਰ੍ਹਾਂ ਅਸੀਂ ਸਿਆਲਕੋਟ 'ਚ ਕਹਿੰਦੇ ਆ ਕਿ ਬਟੇਰਿਆਂ ਨਾਲ ਜਿਹਦੇ 'ਚ ਪੈਣ ਉਹ ਵੀ ਕਬੂਤਰ ਕੋਈ ਨਹੀਂ, ਇਸ ਤਰ੍ਹਾਂ ਮੇਨ ਅੱਛੇ ਕਬੂਤਰ ਕਮੱਗਰ ਵੀ ਜਿਹਦੇ 'ਚ ਨਹੀਂ ਪੈਂਦੇ, ਉਹ ਵੀ ਕਸੂਰੀ ਕੋਈ ਨਹੀਂ। ਠੀਕ ਹੈ। ਲੋ ਜੀ ਦੋਸਤੋ, ਉਸਤਾਦ ਹੋਰਾਂ ਕੋਲ ਜਿਹੜੇ ਕਾਲੇ ਮੂੰਹ ਵਾਲੇ ਨੇ, ਉਹਨਾਂ ਦਾ ਵੀ ਸ਼ੌਕ ਕਰੋ। ਉਡਾਨ ਹੈ ਪਹਿਚਾਨ ਪਲੱਸ ਫੇਸਬੁੱਕ ਪੇਜ ਓਰੀਜਨਲ ਨਸਲੇ ਦੇ ਤੋਸ ਨਾਲ ਅਸੀਂ ਤੁਹਾਨੂੰ ਇਹ ਸ਼ੌਕ ਕਰਵਾ ਰਹੇ ਹਾਂ। ਪਰ ਦੇਖੋ ਤੁਸੀਂ, ਪਰ ਜੇ ਮੈਂ ਤੁਹਾਨੂੰ ਕਲੋਜ਼ਅਪ ਦਿਖਾ ਰਿਹਾ ਜੀ, ਹੁਣ ਤੁਸੀਂ ਜ਼ਰਾ ਕਲੋਜ਼ਅਪ ਦੇਖੋ ਪਰ ਦਾ। ਮਾਸ਼ਾਅੱਲਾ ਜੀ, ਮਾਸ਼ਾਅੱਲਾ। ਇਹ ਸਾਡੇ ਜੀ ਦੇਖੋ ਕਾਲੇ ਮੂੰਹ ਵਾਲੇ ਪਰਿੰਦੇ ਨੇ, ਸਿਆਲਕੋਟ ਦੇ। ਜਿਹੜੇ ਅਕਸਰ ਤੁਹਾਨੂੰ ਲਾਹੌਰ ਦੀਆਂ ਛੱਤਾਂ ਤੇ ਵੀ ਨਜ਼ਰ ਆਣਗੇ, ਮਗਰ ਜ਼ਿਆਦਾਤਰ ਦੋਸਤ ਫਿਰ ਉਹਨਾਂ ਨੂੰ ਟੈਡੀ ਗਰਦਾਨ ਲੈਣਗੇ। ਕਿਆ ਉਸਤਾਦ ਜੀ, ਇਹਨਾਂ 'ਚ ਅੱਖਾਂ ਦਾ ਸ਼ੇਡ ਵੀ ਹੁੰਦਾ ਹੈ, ਤਬਦੀਲ ਹੁੰਦਾ ਹੈ ਇਸ ਬਰੀਡ 'ਚ? ਹਾਂਜੀ, ਥੋੜਾ ਜਿਹਾ ਤਬਦੀਲ ਹੋ ਜਾਂਦਾ ਹੈ। ਚੁੱਕਿਆ ਵੀ ਬਟੇਰਿਆਂ ਤੋਂ ਬਣੇ ਨੇ। ਜੀ ਜੀ। ਇਹਨਾਂ 'ਚ ਗਾੜੇ ਪੇਦੇ ਨੇ, ਚੁੱਕਿਆ ਵੀ ਕਰਾਸ ਕਬੂਤਰ ਹੀ ਨੇ, ਲੇਕਿਨ ਹੁਣ ਇੱਕ ਅਰਸੇ ਤੋਂ ਚੱਲਦੇ ਨੇ ਪਿਆ ਵੀ ਓਰੀਜਨਲ ਹੀ ਬਣ ਗਏ ਨੇ। ਮੇਨ ਬੇਸ ਇਹਨਾਂ ਦੀ ਬਟੇਰੇ ਹੀ ਨੇ। ਠੀਕ ਹੈ। ਇਸ ਲਈ ਇਹਨਾਂ 'ਚ ਵੀ ਥੋੜੇ ਗਾੜੇ, ਥੋੜੇ ਫਿੱਕੇ ਨਿਕਲਦੇ ਨੇ। ਠੀਕ ਹੋ ਗਿਆ। ਤੋ ਦੋਸਤੋ, ਉਸਤਾਦ ਹੋਰਾਂ ਨੇ ਜਿਹੜੀ ਤੁਹਾਨੂੰ ਗੱਲ ਕਹੀ ਹੈ ਕਿ ਇਹਨਾਂ 'ਚ ਵੀ ਬੇਸ ਇਹਨਾਂ ਦੀ ਵੀ ਬਟੇਰੇ ਹੀ ਨੇ, ਤੇ ਸਾਡੇ ਇੱਕ ਹੋਰ ਬੜੇ ਮੋਹਤਰਮ ਉਸਤਾਦ ਨੇ ਸਿਆਲਕੋਟ ਦੇ, ਉਹਨਾਂ ਨੇ ਤੁਹਾਨੂੰ ਦੱਸਿਆ ਸੀ ਕਿ ਬਟੇਰੇ ਦੀ ਮਖਸੂਸ ਨਿਸ਼ਾਨੀ ਇਹ ਵੇ।
ਕਿ ਮੂੰਹ ਮੱਥਾ ਉਹਦਾ ਸਾਰਾ ਜਿਹੜਾ ਸਫੇਦ ਹੁੰਦਾ ਬਟੇਰਿਆਂ ਦਾ। ਅਸੀਂ ਪਹਿਲੇ ਵੀ ਤੁਹਾਨੂੰ ਦੱਸਦੇ ਸਾਂ ਕਿ ਬਟੇਰਿਆਂ ਦੇ ਇਲਾਵਾ ਹੋਰ ਕਿਸੇ ਬਰੀਡ ਦਾ ਮੂੰਹ ਮੱਥਾ ਸਫੇਦ ਨਹੀਂ ਹੁੰਦਾ। ਜਿੱਥੇ ਵੀ ਮੂੰਹ ਮੱਥਾ ਸਫੇਦ ਆਏਗਾ, ਬੱਲਾ ਆਏਗਾ, ਉਹਦੇ 'ਚ ਸਿਆਲਕੋਟੀ ਬਟੇਰੇ ਦਾ ਕ੍ਰਾਸ ਜ਼ਰੂਰ ਹੋਏਗਾ। ਕਿਉਂ ਸਾਜੀ ਐਸੀ ਗੱਲ ਹੈ? ਹਾਂਜੀ ਗੱਲ ਇਹਨਾਂ ਦੇ ਜੀ ਦੋਸਤੋ ਇੱਕ ਇਹ ਦੇਖੋ ਸਾਜੀ, ਇਹ ਮਾਦਾ ਹੈ, ਨਹੀਂ ਨਰ ਹੈ ਵੀ ਮਾਸ਼ਾਅੱਲਾ। सही पर दिखाओ जरा सानू। जी दोस्तों देखो ਇਹ ਜਿਹੜੀ ਚੀਜ਼ ਮੈਂ ਤੁਹਾਨੂੰ ਅਕਸਰ ਦਿਖਾਣਾ ਹੁੰਦਾ ਵਾਂ ਕਿ ਪਰ ਜਿਹੜਾ ਜਿੰਨਾ ਵੀ ਜ਼ਿਆਦਾ ਟਿਸ਼ੂ ਵੰਗਰਾ ਪਤਲਾ ਹੋ ਜਾਏਗਾ ਉਨਾ ਹੀ ਬਰੀਡਿੰਗ ਚ ਪਰਿੰਦਾ ਤੇ ਉਡਾਨ ਦੇ ਵਿੱਚ ਵੀ ਅੱਛਾ ਰਹੇਗਾ। ਤਾਂ ਮਹਿਸੂਸ ਕਰੋ ਕਿ ਇੱਥੇ ਤੁਹਾਨੂੰ ਪਰ ਦਾ ਡਬਲ ਸ਼ੇਡ ਨਜ਼ਰ ਆ ਰਿਹਾ ਹੈ। ਜਿਹੜਾ ਪਰ ਥੱਲੜੇ ਪਰ ਤੋਂ ਪਰਾਂ ਵੇ ਉਹ ਤੁਹਾਨੂੰ ਬਿਲਕੁਲ ਦੂਸਰੀ ਸਾਈਡ ਵੱਲੋਂ ਦਿਖਾਈ ਦੇ ਰਿਹਾ ਹੈ ਕਿ ਨਜ਼ਰ ਆ ਰਿਹਾ ਥੱਲੋਂ ਫਰਸ਼ ਵਗੈਰਾ। ਕਿਉਂ ਸਾਜੀ ਇਸ ਚੀਜ਼ ਦਾ ਕੋਈ ਕਿਰਦਾਰ ਹੁੰਦਾ ਹੈ ਵਿੱਚ? ਬਰੀਕ ਪਰ ਅੱਛੇ ਹੁੰਦੇ, ਜਿੰਨਾ ਵੀ ਪਤਲਾ ਹੋ ਜਾਏਗਾ ਪਰ ਬਰੀਕ ਪਰ ਅੱਛੇ ਹੁੰਦੇ। ਉਨਾ ਹੀ ਉਹਦਾ ਫਾਇਦਾ ਹੋ ਜਾਏਗਾ। ਠੀਕ ਹੈ। ਲੋ ਜੀ ਦੋਸਤੋ, ਤੁਸੀਂ ਸ਼ੌਕ ਕਰ ਰਹੇ ਹੋ ਉਸਤਾਦ ਇਮਤਿਆਜ਼ ਹੀਰਾ ਬੀਨਾ ਵਾਲੇ ਜਿਹੜੇ ਨੇ ਉਹਨਾਂ ਦੀ ਛੱਤ ਤੇ ਆਪਣੀ ਨਾਂ ਦੀ ਤਰ੍ਹਾਂ ਉਹ ਖੁਦ ਵੀ ਹੀਰਾ ਨੇ, ਤੁਹਾਨੂੰ ਬੜੀਆਂ ਅੱਛੀਆਂ ਗੱਲਾਂ ਦੇ ਰਹੇ ਨੇ। ਤਾਂ ਜੀ ਜ਼ਰਾ ਦੀ ਅੱਖ ਦਾ ਸ਼ੌਕ ਕਰਾ ਦੀ ਦੋਸਤਾਂ ਨੂੰ। ਹਾਂ ਜੀ ਫੜੋ ਜ਼ਰਾ, ਆਓ ਤੁਸੀਂ, ਕਿਉਂਕਿ ਇੱਥੇ ਰੋਸ਼ਨੀ ਚਾਹੀਦੀ ਹੈ। ਇੱਥੇ ਰੋਸ਼ਨੀ 'ਚ ਲੈ ਕੇ ਆਓ ਜ਼ਰਾ ਇੱਧਰ, ਕਿਉਂਕਿ ਇਹਦੀ ਅੱਖ ਬਹੁਤ ਖੂਬਸੂਰਤ ਹੈ ਵੀ। ਥੋੜਾ ਉੱਤੇ ਕਰੋ ਦੀ ਅੱਖ। ਲੋ ਜੀ ਇਹ ਦੇਖ ਲਓ ਕਾਲੇ ਮੂੰਹ ਵਾਲੇ ਜਿਹੜੇ ਕਬੂਤਰ ਨੇ ਉਹਨਾਂ ਦਾ ਸ਼ੌਕ ਮਾਸ਼ਾਅੱਲਾ। ਇਹ ਦੇਖੋ ਦੋਮੀਏ ਤੇ ਦੇਖੋ ਜਿਸ ਤਰ੍ਹਾਂ ਲੋਕ ਪਸੰਦ ਕਰਦੇ ਨੇ ਕਿ ਇੱਕ ਪੱਤੀ ਹੋਣੀ ਚਾਹੀਦੀ ਹੈ ਜਾਂ ਇੱਕ ਪੰਨੀ ਕਹਿ ਲੈਂਦੇ ਨੇ, ਜਾਂ ਕਹਿੰਦੇ ਨੇ ਕਿ ਜੀ ਇੱਕ ਪੱਤਰ ਨਜ਼ਰ ਆਉਣਾ ਚਾਹੀਦਾ ਹੈ। ਮੁਖਤਲਿਫ ਜਗ੍ਹਾ ਤੇ ਮੁਖਤਲਿਫ ਤਰੀਕੇ ਨਾਲ ਕਿਹਾ ਜਾਂਦਾ ਹੈ, ਯਾਨੀ ਕਿ ਬੰਦ ਦੁਮ ਬੰਦ ਪੱਲੇ ਬਿਲਕੁਲ। ਇਹ ਦੇਖ ਲਓ। ਲਾਹੌਰ ਦੇ ਵਿੱਚ ਉਸਤਾਦ ਜੀ ਇੱਕ ਇਕੱਠ ਹੋਇਆ ਸੀ, ਇੱਕ ਤਕਸੀਮੇ ਨਾਮਾਂ ਦੇ ਵਿੱਚ ਕੋਈ ਥੋੜਾ ਸਾਰਾ ਝਗੜਾ ਪਿਆ ਸੀ। ਬਾਅਦ ਚੋਂ ਕੱਲ ਜਿਹੜੇ ਸੀਨੀਅਰ ਉਸਤਾਦ ਸਨ ਉਹਨਾਂ ਨੇ ਸੁਲ੍ਹਾ ਕਰਾਈਏ, ਤੇ ਜਿਹੜੀ ਸੁਲ੍ਹਾ ਕਰਾਈ ਇੱਕ ਖੁਸ਼ਆਇਨ ਕੰਮ ਹੋਇਆ, ਬੜਾ ਅੱਛਾ ਕੰਮ ਹੋਇਆ। ਤੁਹਾਡਾ ਉਹਦੇ ਬਾਰੇ ਕੀ ਕਹਿਣਾ ਹੈ? ਮੈਂ ਤਾਂ ਉਹਨਾਂ ਨੂੰ ਹਰਾਜੇ ਤਸੀਮ ਪੇਸ਼ ਕਰਾਂਗਾ ਜਿਨ੍ਹਾਂ ਨੇ ਇਸ ਗੱਲ ਨੂੰ ਵਧਣ ਤੋਂ ਬਚਾਇਆ ਔਰ ਬੜਾ ਅੱਛੇ ਤੇ ਐਸਨ ਤਰੀਕੇ ਨਾਲ ਖਤਮ ਕਰਾ ਦਿੱਤਾ। ਔਰ ਮੈਂ ਉਹਨਾਂ ਦੋਸਤਾਂ ਨੂੰ ਹੀ ਹਰਾਜੇ ਤਸੀਮ ਪੇਸ਼ ਕਰਾਂਗਾ ਜਿਨ੍ਹਾਂ ਨੇ ਖੁੱਲੇ ਦਿਲ ਨਾਲ ਆਪਣੀ ਗਲਤੀ ਮੰਨਦਿਆਂ ਹੋਇਆਂ, ਹਾਲਾਂਕਿ ਉਹਨਾਂ ਦੀ ਜਗ੍ਹਾ ਤੇ ਕਿਸੇ ਹੋਰ ਨੇ ਵੀ ਮਾਜ਼ਰਤ ਕਰ ਲਈ ਸੀ, ਲੇਕਿਨ ਉਹਨਾਂ ਨੇ ਖੁਦ ਵੀ ਸਮਝਿਆ ਕਿ ਉਸਤਾਦ ਮੁੱਲਾ ਤਾਰਾਂ ਵਾਲੇ ਨੇ ਜੀ ਕਿ ਮੈਂ ਆਪਣੀ ਜ਼ੁਬਾਨੀ ਵੀ ਇਹ ਕਰਾਂ, ਤੇ ਉਹਨਾਂ ਨੇ ਮਾਜ਼ਰਤ ਕੀਤੀ। ਇੱਕ ਅੱਛੀ ਗੱਲ ਹੈ ਕਿ ਇੱਕ ਬੰਦੇ ਕੋਲੋਂ ਚਲੋ ਕਿਸੇ ਵੇਲੇ ਗਲਤੀ ਹੋ ਜਾਏ, ਬਲਕਿ ਕਰਨੀ ਨਹੀਂ ਚਾਹੀਦੀ, ਹੋ ਜਾਏ ਤੇ ਉਹਨੂੰ ਤਸਲੀਮ ਕਰ ਲੈਣਾ ਵੀ ਮੇਰਾ ਖਿਆਲ ਹੈ ਬਹੁਤ ਵੱਡਾ ਪਨ ਹੈ। ਬਿਲਕੁਲ ਜੀ, ਖਾਸ ਤੌਰ ਤੇ ਉਸਤਾਦ ਉਹ ਜਿਹੜੇ ਬਜ਼ੁਰਗ ਸਾਡੇ ਨੇ ਉੱਥੇ ਹਮਾਯੂੰ ਸਾਹਿਬ ਔਰ ਤਾਰਕ ਭੱਟ ਸਾਹਿਬ ਦਾ ਬੜੀ ਕਾਬਸ਼ਾਂ ਦੀ ਵਜ੍ਹਾ ਨਾਲ ਹੈ ਸਾਰਾ ਕੁਝ। ਬਿਲਕੁਲ। ਕਾਮਰਾਨ ਬਾਸ ਨਕਵੀ ਸਾਹਿਬ ਜਿਹੜੇ ਸਾਡੇ ਉਡਾਨ ਹੈ ਪਹਿਚਾਨ ਦੇ ਚੀਫ ਐਡੀਟਰ ਨੇ, ਉਹ ਤੁਹਾਨੂੰ ਸਲਾਮ ਦੇ ਰਹੇ ਨੇ, ਤੇ ਹਾਜੀ ਨਸੀਮ ਬੂਟੀ ਸਾਹਿਬ ਨੂੰ ਵੀ ਸਲਾਮ ਕਹਿ ਰਹੇ ਨੇ, ਕਿਉਂਕਿ ਉਹ ਸਾਡੇ ਚੀਫ ਐਡੀਟਰ ਇਸ ਤਰ੍ਹਾਂ ਨੇ ਕਿ ਉਡਾਨ ਹੈ ਪਹਿਚਾਨ ਦਾ ਮੈਂ ਸਿਆਲਕੋਟ ਐਡੀਟਰ ਹਾਂ, ਨਾਲ ਉਹਨਾਂ ਮੈਨੂੰ ਬਣਾਇਆ ਦਾ, ਉਹਨਾਂ ਦੀ ਨਵਾਜ਼ਿਸ਼ ਹੈ। ਹਾਜੀ ਸਾਹਿਬ ਨਾਲ ਵੀ ਦੋ ਚਾਰ ਗੱਲਾਂ। ਜੀ ਹਾਜੀ ਸਾਹਿਬ ਤੁਸੀਂ ਦੱਸੋ ਸਾਨੂੰ ਕਿ ਜਿਹੜੇ ਟੂਰਨਾਮੈਂਟ ਸਾਡੇ ਹੋ ਰਹੇ ਨੇ ਉਹਦੇ ਵਾਸਤੇ ਆਇੰਦਾ ਕੀ ਲਾਇਲ ਅਮਲ ਤਿਆਰ ਕੀਤਾ ਗਿਆ ਹੈ, ਕਿ ਕੋਈ ਅੱਛਾ ਸ਼ੌਕ ਹੋਏ ਜਾਂ ਕੋਈ ਡੇਟ ਵਗੈरह रखी गई है, कुछ सोचा गया है ਉਹਦੇ ਬਾਰੇ ਚ? अनकरीब इंशाल्लाह हमारी क्लब जो है वो बैठेगी, मेंबर बैठेंगे, फिर उसके बाद फैसला करेंगे क्या करना है। अभी कोई फैसला नहीं हुआ, अभी यानी कि डेट वगैरह कोई डिसाइड नहीं हुई? डेट तो चली मेरा ख्याल है कि ਇਹਦੇ ਚ ਕੋਈ ਤਬਦੀਲੀ शायद
ਮੈਂ ਵੀ ਸੁਣਿਆ ਸਰ, ਇਹ ਵੀ ਮੈਂ ਸੁਣਿਆ ਕਿ ਥੋੜਾ ਪਿੱਛੇ ਆ ਰਹੀ ਹੈ, 24 ਤੋਂ ਪਹਿਲਾਂ ਆ ਰਿਹਾ ਕੋਈ ਇਸ ਤਰ੍ਹਾਂ ਵੀ ਹੈ, ਅਗਰ ਪ੍ਰੋਗਰਾਮ ਬਣ ਰਿਹਾ। ਅਨਕਰੀਬ ਇਨਸ਼ਾਅੱਲਾ ਤਾਲਾ ਡਿਸਾਈਡ ਹੋ ਜਾਏਗਾ। ਤੇ ਤੁਸੀਂ ਕੋਈ ਟੂਰਨਾਮੈਂਟ ਖੇਡਣ ਵਾਲੇ ਖਿਲਾੜੀਆਂ ਨੂੰ ਪੈਗਾਮ ਦੇਣਾ ਚਾਹੋ, ਕਿਉਂਕਿ ਸਾਨੂੰ ਤਕਰੀਬਨ ਜਿਹੜਾ ਨਾ ਘੱਟੋ ਘੱਟ 50 ਤੋਂ 60 ਹਜ਼ਾਰ ਬੰਦਾ ਦੇਖਦਾ ਹੁੰਦਾ ਹੈ, ਜਦੋਂ ਸਾਡੀ ਵੀਡੀਓ ਬੰਦ ਵੀ ਹੋ ਜਾਏ ਤਾਂ ਬਾਅਦ ਚ ਦੇਖਦੇ पैगाम देना चाहता हूँ कि सियालकोट के तमाम खिलाड़ी मेरे लिए काबिल एहतराम है। मेरी उनसे दरखास्त है कि किसी के ऊपर भी इल्ज़ाम लगाने से पहले उसके ठोस सबूत जो है ना अपने हाथ में ले ले बिना वजह। और जो भी टूर्नामेंट हमारे साथ उठते हैं, 4 हैं या 5 हैं, हर आदमी अपनी मर्जी के साथ हमें एंट्री देता है, ज़बरदस्ती किसी से एंट्री मैंने आज तक नहीं ली। और हमारी क्लब का ये असूल है कि आज तक उन्होंने नामी रकम में किसी को एक पैसा कम नहीं दिया, और जितनी सहूलतें हमने दी हैं शायद आइंदा कोई ना ऐसा दे सके। हमने घर घर जाकर खिलाड़ियों को पेपर देकर आते हैं, हर चीज़ जो है उनके घरों में पहुँचाते हैं। ऐसा शौक इससे पहले नहीं होता था जैसा हमारी क्लब अब करा रही है। इसलिए मैं सबसे दरखास्त करूंगा कि इसको जो अच्छा शौक हो रहा है ना, इसको आगे बढ़ाएं, इसको नुकसान पहुँचाने की कोशिश ना करें। कुछ लोग किसी को खुश करने के लिए किसी के ऊपर कोई ना कोई इल्ज़ाम लगा देते हैं झूठा, जिसकी कोई हकीकत नहीं होती। मैं बस यही कहना चाहता हूँ। इसके साथ ही मैं अपने तमाम दोस्तों की खिदमत में सलाम अर्ज़ करता हूँ। खुदा हाफ़िज़ और शब खैर। ਜੀ ਉਸਤਾਦ मोहतरम, ਟੂਰਨਾਮੈਂਟਾਂ ਦੇ ਲਿਹਾਜ਼ ਨਾਲ ਵੀ ਥੋੜੀ ਜਿਹੀ ਗੱਲ ਹੋ ਜੇ, ਕਿਉਂਕਿ ਸਿਆਲਕੋਟ 'ਚ ਜਿਹੜੇ ਟੂਰਨਾਮੈਂਟ ਨੇ ਉਹ ਤੁਹਾਡੇ ਨਾਮ ਤੋਂ ਬਗੈਰ ਅਧੂਰੇ ਨੇ ਓਵਰਆਲ ਜੇ ਦੇਖਿਆ ਜਾਏ ਤੇ, ਕਿਉਂਕਿ ਤੁਸੀਂ ਟੂਰਨਾਮੈਂਟ ਦੀ ਪਹਿਚਾਣ ਹੁਣ ਸਿਆਲਕੋਟ ਦੇ ਵਿੱਚ। ਖਿਲਾੜੀਆਂ ਨੂੰ ਐਂਟਰੀਆਂ ਜਮ੍ਹਾਂ ਕਰਾ ਕੇ ਟੂਰਨਾਮੈਂਟ ਖੇਡਣਾ ਚਾਹੀਦਾ ਹੈ, ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ 'ਚ? मैं सब खिलाड़ियों में पैगाम देना चाहना, कहना चाहना कि यार एंट्री शौक दी खिदमत है बेशक, और कप कराने वाले दी हौसला अफजाई है, क्योंकि वो जेड़ा कप करांदा है वो काफ़ी मेहनत दे नाल उन्हें सारे बंदोबस्त करने ने, सारे अखराजात करने ने, फिर उन्हें तुहाडे शौक करवाना है। मैं ते खेडण वाले बंदे ने ते एंट्री दित्ती ते खेड लिया, ਉਹਨੇ ਇੱਕ ਬੰਦੇ ਨੂੰ ਉਹਨੇ ਸਾਰਿਆਂ ਬੰਦਿਆਂ ਨੂੰ ਸਾਹਮਣਾ, ਫਿਰ ਉਹਦੇ ਚ ਕੋਈ ਨਜ਼ਮੋ ਜ਼ਬਤ ਨੂੰ ਕਾਇਮ ਰੱਖਣਾ ਹੈ, ਹਰ ਚੀਜ਼ ਨੂੰ ਕਾਇਮ ਰੱਖਣਾ ਹੈ। ਤੇ ਬਰਾਏ ਮਿਹਰਬਾਨੀ ਇਹਦੇ ਵਿੱਚ ਵੱਧ ਚੜ ਕੇ ਹਿੱਸਾ ਲਵੋ। ਇਹ ਜਿਹੜਾ ਸ਼ੌਕ ਹੈ ਨਾ ਕਿ ਆਖਰੀ ਉਡਾਰ ਵੇਖ ਕੇ ਫਿਰ ਐਂਟਰੀ ਦੇਣਾ, ਇਹ ਕੋਈ ਸ਼ੌਕ ਦੀ ਖਿਦਮਤ ਨਹੀਂ। ਸ਼ੌਕ ਦੀ ਖਿਦਮਤ ਤੁਹਾਨੂੰ 15-20 ਦਿਨ ਪਹਿਲਾਂ ਐਂਟਰੀ ਦੇਣੀ ਚਾਹੀਦੀ ਹੈ। ਬਿਲਕੁਲ। ਔਰ ਅਸੀਂ ਹੁਣ ਇਹ ਕਰ ਵੀ ਰਹੇ ਹਾਂ ਕਿ ਅਸੀਂ ਕੋਈ ਡੇਟ ਸਾਰੇ ਕੱਪਾਂ ਵਾਲਿਆਂ ਨੂੰ ਇਕੱਠਾ ਕਰਕੇ ਇੱਕ ਡੇਟ ਫਿਕਸ ਕਰਾਂਗੇ। ਜਿਹੜਾ ਬੰਦਾ ਪਿਛਲੀ ਦਫਾ ਵੀ ਇੰਜ ਹੀ ਹੋਇਆ ਕਿ ਸਾਡੇ ਬੜੇ ਆਪਣੇ ਮਿਲਣ ਵਾਲੇ ਜਿਨ੍ਹਾਂ ਨੂੰ ਇਹ ਮਾਨ ਸੀ ਕਿ ਭਈ ਅਸੀਂ ਉਹ ਖੀਰ ਤੇ ਵੀ ਕਰਾ ਲਾਂਗੇ, ਤੇ ਉਹਨਾਂ ਨੇ ਜਿਸ ਕੀ ਕਿਹਾ ਤੇ ਉਹਨਾਂ ਦੀਆਂ ਐਂਟਰੀਆਂ ਨਹੀਂ ਹੋਈਆਂ। ਤੇ ਮੈਂ ਉਹਨਾਂ ਕੋਲੋਂ ਮਾਜ਼ਰਤ ਚਾਹਨਾ ਹੁਣ ਵੀ, ਕਿਉਂਕਿ ਸਾਡੇ ਉਹ ਬੜੇ ਦੋਸਤ ਬੜੇ ਆਪਣੇ ਸਨ, ਲੇਕਿਨ ਜਿੱਥੇ ਅਸੂਲ ਆ ਜਾਂਦਾ, ਜਿੱਥੇ ਗੱਲ ਆ ਜਾਂਦੀ ਹੈ, ਫਿਰ ਉੱਥੇ ਆਪਣਾ ਕੀ ਫਿਰ ਬਗਾਨਾ ਕੀ। ਜੀ ਬਿਲਕੁਲ, ਉੱਥੇ ਸਾਰਿਆਂ ਲਈ ਇੱਕ ਹੀ ਗੱਲ ਹੋਣੀ ਚਾਹੀਦੀ ਹੈ। ਬੜੀ ਅੱਛੀ ਗੱਲ ਹੈ। ਆਪਣੇ ਲਈ ਹੋਰ ਤੇ ਦੂਜੇ ਲਈ ਹੋਰ ਨਹੀਂ ਗੱਲ ਹੋਣੀ ਚਾਹੀਦੀ। ਤੇ ਇਹੋ ਮੈਂ ਰਿਕੁਐਸਟ ਕਰਾਂਗਾ ਕਿ ਕਿਸੇ ਵੀ ਸ਼ਹਿਰ 'ਚ ਕਿਸੇ ਜਗ੍ਹਾ ਵੀ ਟੂਰਨਾਮੈਂਟ ਹੁੰਦਾ ਹੈ, ਜਿਹੜਾ ਪਲੇਅਰ ਉਹਨੂੰ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ, ਔਰ ਜਦੋਂ ਨਾਂ ਲਿਖਾ ਦੇਵੇ ਫਿਰ ਉਹਨੂੰ ਆਪਣਾ ਨਾਂ ਵਾਪਸ ਨਹੀਂ ਲੈਣਾ ਚਾਹੀਦਾ। ਉਹ ਐਂਟਰੀ ਦੇਣੀ ਚਾਹੀਦੀ, ਨਾ ਉਡਾਵੇ, ਉਹਦੇ 'ਚ ਐਂਟਰੀ ਦੇਣੀ ਚਾਹੀਦੀ। ਬੜੀ ਅੱਛੀ ਗੱਲ ਹੈ। ਤੇ ਜਿਹੜੇ ਲੋਕ ਕੱਪ ਕਰਾਉਂਦੇ ਨੇ, ਮੈਂ ਉਹਨਾਂ ਆਪਣੇ ਭਰਾਵਾਂ ਨੂੰ ਵੀ ਕਹਿਣਾ ਕਿ ਜਿਹੜੇ ਉੱਡੀਆਂ ਹੋਈਆਂ ਛੱਤਾਂ ਨੂੰ ਵਿੱਚ ਬਾਅਦ 'ਚ ਰਲਾ ਲੈਂਦੇ ਨੇ, ਜਾ ਕੇ ਲੋਕਾਂ ਦੇ ਘਰਾਂ 'ਚ ਜ਼ਬਰਦਸਤੀ ਪਰਚੇ ਸੁੱਟ ਹੁੰਦੇ ਨੇ। ਅਗਰ ਕੋਈ ਆਪਣੇ ਆਪ ਨੂੰ ਉਸ ਕਾਬਲ ਕਰੋ ਕਿ ਕੋਈ ਤੁਹਾਡੇ ਸ਼ੌਕ ਕਰਨ ਲਈ ਖੁਦ ਖਾਸ਼ ਕਰੇ, ਤੁਹਾਨੂੰ ਆ ਕੇ ਕਹੇ ਯਾਰ ਮੇਰਾ ਸ਼ੌਕ ਕਰਾਓ, ਤੁਹਾਨੂੰ ਇਹ ਨਾ ਕਰਨਾ ਪਵੇ ਕਿ ਭਈ ਤੁਸੀਂ ਲੋਕਾਂ ਦੇ ਘਰ ਘਰ ਜਾ ਕੇ ਤੇ ਤੁਸੀਂ ਆਪਣੇ ਪਰਚੇ ਸੁੱਟੋ ਤੇ ਜ਼ਬਰਦਸਤੀ ਕਿਸੇ ਨੂੰ ਕਹੋ ਜੀ ਸਾਡਾ ਕਰਾ। ਅੱਲਾਹ ਤਾਲਾ ਤੁਹਾਡੀ ਕਥਾ ਕਲਾਮੀ ਹੁੰਦੀ ਏ। ਇੱਕ ਬੰਦਾ ਸਾਡਾ ਐਸਾ ਵੀ ਹੈ ਸਿਆਲਕੋਟ 'ਚ ਜਿਹੜਾ ਜਿੱਧਰੋਂ ਕੱਪ ਉੱਡਿਆ ਹੁੰਦਾ ਉਸ ਦਿਨ ਜਾ ਕੇ ਐਂਟਰੀਆਂ ਪੈ ਲੈਂਦਾ ਹੁੰਦਾ। ਇੱਕ ਦਿਨ ਬਾਅਦ ਚ ਲੈ ਲੈਂਦੇ ਨਹੀਂ ਐਸਾ ਬਾਅਦ ਚ ਲੈਂਦੇ ਉਸਤਾਦ ਮਤਲਬ ਹੋਇਆ ਹੈ, ਖਬਰ ਮਿਲੀ ਹੈ ਸਾਨੂੰ, ਲੇਕਿਨ ਨੈਕਸਟ ਅਗਰ ਐਸਾ ਕਿਸੇ ਦੀ ਖਬਰ ਮਿਲੀ ਤੇ ਅਸੀਂ ਉਹਦਾ ਨਾਲ ਐਕਸ਼ਨ ਲਵੋ। ਬਿਲਕੁਲ ਬਿਲਕੁਲ, ਇਹੀ ਮੇਰਾ ਕਹਿਣ ਦਾ ਮਕਸਦ ਸੀ ਕਿ ਉਹਦੇ ਐਕਸ਼ਨ ਲਿਆ ਜਾਏ। ਜ਼ਿਆਦਤੀ ਹੁੰਦੀ ਹੈ ਦੂਸਰੇ ਪਲੇਅਰ ਨਾਲ ਕਿ ਭਈ ਇੱਕ ਛੱਤ ਅਬਲ ਤੇ ਆਵੇ ਕਿ ਸਾਨੂੰ ਪਹਿਲੇ ਜਿਹੜੀਆਂ ਛੱਤਾਂ ਹੋ ਜਾਏ, ਜਦੋਂ ਅਸੀਂ ਬੰਦ ਕਰ ਦਿੰਦੇ ਆ, ਸਾਨੂੰ ਉਹ ਛੱਤਾਂ ਦਾ ਪੇਪਰ ਛਾਇਆ ਕਰ ਦੇਣਾ ਚਾਹੀਦਾ ਕਿ ਵੀ ਇਹ ਛੱਤਾਂ ਸਾਡੇ ਕੋਲ। ਜਿਸ ਤਰ੍ਹਾਂ ਜੀ ਇਹ ਬੜੀ ਅੱਛੀ ਗੱਲ ਹੈ ਕਿ ਛੱਤ ਪਹਿਲਾਂ ਜਿਹੜੀ ਹੈ ਕਾਊਂਟਿੰਗ ਬੰਦ ਕਰ ਦੇਣੀ ਚਾਹੀਦੀ ਹੈ, ਐਂਟਰੀਆਂ ਦੀ ਜਿਹੜੀ ਹੈ ਉਹ ਬੰਦ ਹੋ ਜਾਏ, ਅਸੂਲ ਪੱਕਾ ਹੋ ਜਾਏ। ਕਿਉਂਕਿ ਮੈਂ ਤੁਹਾਡੇ ਜ਼ਰੀਏ ਇਸ ਪਲੇਟਫਾਰਮ ਤੇ ਗੱਲ ਕਰ ਰਿਹਾ ਵਾਂ ਕਿ ਜਿਹੜੇ ਅਸੂਲ ਨੇ, ਕਿਉਂਕਿ ਕੋਈ ਵੀ ਟੂਰਨਾਮੈਂਟ ਤੁਹਾਡੇ ਨਾਮ ਨਾਲ ਉਹ ਜ਼ਰਾ ਰਿਲੇਟਿਡ ਹੋ ਜਾਂਦੇ ਨੇ, ਕਿਉਂਕਿ ਸਾਡੇ ਸਿਆਲਕੋਟ ਦੀ ਇਨਸਾਫ ਕਮੇਟੀ ਜਿਹੜੀ ਚੱਲਦੀ ਹੈ
ਉਹ ਅਥੈਂਟਿਕ ਹੈ ਪੂਰੇ ਪਾਕਿਸਤਾਨ 'ਚ। ਤੇ ਉਸ ਸਿਲਸਿਲੇ 'ਚ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਕਿ 2-3 ਮੇਰੇ ਛੋਟੇ ਸਾਰੇ ਨੁਕਤੇ ਨੇ ਜਿਹੜੇ ਕਿਤਲੇ ਚੱਲ ਕੇ ਵੀ ਥੋੜਾ ਸਾਰੀ ਪ੍ਰੋਬਲਮ ਕ੍ਰੀਏਟ ਕਰ ਦਿੰਦੇ ਨੇ, ਕਿਉਂਕਿ ਤੁਸੀਂ ਇਸ ਚੀਜ਼ ਤੇ ਜੇ ਨਜ਼ਰਸਾਨੀ ਕਰੋ, ਥੋੜੀ ਬਹੁਤੀ ਤਰਮੀਮ ਹੋਏ। ਇੱਕ ਤੇ ਆ ਚੀਜ਼ ਜਿਹੜੀਆਂ ਐਂਟਰੀਆਂ ਜਾ ਕੇ ਟੂਰਨਾਮੈਂਟ ਵਾਲੇ ਦਿਨ ਲੈਣੀਆਂ। ਨੰਬਰ 2 ਕਿ ਅਮੂਮਨ ਛੱਤਾਂ ਮੁਨਸਫ ਨਹੀਂ ਦਿੰਦੀਆਂ, ਬਿਲਕੁਲ ਅਮੂਮਨ ਛੱਤਾਂ ਮੁਨਸਫ ਨਹੀਂ ਦਿੰਦੀਆਂ। ਉਹਨਾਂ ਛੱਤਾਂ ਤੇ ਮੁਨਸਫ ਜਾਂਦੇ ਹੀ ਨਹੀਂ। ਉਹਨਾਂ ਦਾ ਰਿਕਾਰਡ ਫਿਰ ਜਿਹੜਾ ਹੈ ਟੂਰਨਾਮੈਂਟ ਕਰਾਉਣ ਵਾਲੇ ਬੰਦੇ ਉਹ ਆਪਣੇ ਤੌਰ ਤੇ ਹੀ ਮਰਤਬ ਕਰ ਲੈਂਦੇ ਨੇ ਜੀ, ਆ ਗਿਆ ਮੈਨੂੰ। ਨੰਬਰ 2 ਕਿ ਜਿਹੜਾ ਪਰਚਾ ਹੁੰਦਾ ਏ ਕਬੂਤਰਾਂ ਦੇ ਲਿਖਣ ਦਾ, ਬਾਜ਼ ਖਿਲਾੜੀਆਂ ਕੋਲ ਉਹ ਵੀ ਨਹੀਂ ਗਿਆ ਹੁੰਦਾ, ਤੇ ਉਹ ਉਂਝ ਹੀ ਲਿਖਾ ਦਿੰਦੇ ਨੇ, ਕਿਉਂਕਿ ਮੁਨਸਫ ਹੀ ਨਹੀਂ ਹੁੰਦਾ। ਪਰਚਾ ਜਾਏ ਤਾਂ ਮੁਨਸਫ ਵੀ ਹੋਏ, ਜਾਂ ਮੁਨਸਫ ਜਾਏ ਤਾਂ ਪਰਚਾ ਵੀ ਹੋਏ। ਉਹਨਾਂ ਦੇ ਬਾਰੇ 'ਚ ਵੀ ਕੋਈ ਥੋੜੀ ਸਾਰੀ ਕਰਨੀ ਚਾਹੀਦੀ ਹੈ ਪਾਬੰਦੀ। ਇਹ ਕਮਜ਼ੋਰੀਆਂ ਹੁੰਦੀਆਂ ਨੇ ਜਿਹੜੇ ਕੱਪ ਕਰਾਉਂਦੇ ਨੇ ਉਹਨਾਂ ਦੀਆਂ। ਜੀ ਜੀ। ਜਿਹੜੀਆਂ ਉਹਨਾਂ ਦੀ ਆਰਗੇਨਾਈਜ਼ ਕਮੇਟੀ ਹੁੰਦੀਆਂ ਨੇ, ਜਿਹੜੇ ਆਰਗੇਨਾਈਜ਼ ਹੁੰਦੇ ਨੇ, ਜਿਹੜੇ ਉਹਨਾਂ ਕੱਪਾਂ ਨੂੰ ਆਰਗੇਨਾਈਜ਼ ਕਰਦੇ ਨੇ, ਉਹਨਾਂ ਦੀਆਂ ਕਮੀਆਂ ਪੇਸ਼ੀਆਂ ਹੁੰਦੀਆਂ ਨੇ ਕਿ ਇਹ ਚੀਜ਼ਾਂ ਉਹਨਾਂ ਦੀਆਂ ਨਹੀਂ ਹੁੰਦੀਆਂ। ਉਹਨਾਂ ਦੀ ਮਜਬੂਰੀ ਹੁੰਦੀ ਹੈ ਐਂਟਰੀ। ਬਿਲਕੁਲ ਯਾਰ ਐਂਟਰੀ ਸਾਨੂੰ ਕਿਸ ਤਰ੍ਹਾਂ ਲੱਭ ਜਾਏ, ਤੁਸੀਂ ਉਹ ਕੰਮ ਹੀ ਨਾ ਕਰੋ ਜਿਹੜਾ ਤੁਸੀਂ ਜਿਹਨੂੰ ਫੋਰਡ ਨਹੀਂ ਕਰ ਸਕਦੇ। ਬਿਲਕੁਲ ਸਰ। ਇਹ ਜਿਹੜਾ ਤੁਸੀਂ ਕਿਹਾ, ਇਹ ਵਾਕਈ ਜਿਹੜੇ ਸਾਈਡਾਂ ਤੇ ਲੋਕੀ ਟੂਰਨਾਮੈਂਟ ਕਰਾਉਂਦੇ ਨੇ, ਐਸਾ ਉਹਨਾਂ ਦੇ ਵਿੱਚ ਕਾਫੀ ਸ਼ਿਕਾਇਤਾਂ ਮਿਲੀਆਂ ਨੇ ਸਾਨੂੰ। ਬਿਲਕੁਲ ਸਰ, ਕਿ ਜੇ ਪੇਪਰ ਨਹੀਂ ਪਹੁੰਚੇ, ਮੁਨਸਫ ਨਹੀਂ ਪਹੁੰਚਿਆ। ਇਹ ਤੇ ਦੇਖੋ ਸਾਡੀ ਕਮੇਟੀ ਸਾਰੀ ਟਾਈਮ ਉੱਠਦੀ ਹੈ, ਔਰ ਉਹ ਛੱਤ ਜਿੱਥੇ ਮੁਨਸਫ ਨਹੀਂ ਜਾਂਦਾ ਤੇ ਉਹ ਤਲਾਹ ਨਹੀਂ ਕਰਦਾ। ਸਾਡਾ ਕਾਨੂੰਨ ਹੈ ਕਿ 15 ਮਿੰਟ ਪਹਿਲੇ, ਅਗਰ 5 ਵਜੇ ਦਾ ਟਾਈਮ ਹੈ ਤੇ 4:45 ਵਜੇ ਮੇਰੀ ਛੱਤ ਤੇ ਮੁਨਸਫ ਨਹੀਂ ਜਾਂਦਾ ਤੇ ਮੇਰਾ ਕੰਮ ਹੈ ਕਿ ਮੈਂ ਕਮੇਟੀ ਨਾਲ ਰਾਬਤਾ ਕਰਾਂ। ਬਿਲਕੁਲ ਠੀਕ। ਅਗਰ ਮੈਂ ਨਹੀਂ ਕਰਦਾ ਤੇ ਮੇਰੀ ਛੱਤ ਕੱਟੀ ਜਾਂਦੀ ਹੈ। ਠੀਕ ਹੈ। ਮੁਨਸਫ ਨਹੀਂ ਆਂਦਾ, ਮੁਨਸਫ ਹੁੰਦਾ ਨਹੀਂ। ਕਮੇਟੀ ਸਾਡੇ ਦੇ ਬੰਦੇ ਜਿਹੜੇ ਉਹ ਤਿਆਰ ਖਲੋਤੇ ਹੁੰਦੇ ਨੇ, ਉਹ ਕਿਸ ਤਰ੍ਹਾਂ ਵੀ ਉਡਵਾਨ, ਉਹਨਾਂ ਨੇ ਉਹ ਕਬੂਤਰ ਉਡਵਾਣੇ ਹੁੰਦੇ ਨੇ। ਸਹੀ। ਜਾ ਕੇ ਆਪੇ ਉਹਨਾਂ ਨੂੰ ਜਾਣਾ ਪਏ, ਜਾਂ ਕੋਲੋਂ ਕਿਸੇ ਨੂੰ ਬੰਦੇ ਨੂੰ ਪੇ ਟੋਰ ਕੇ ਉੱਥੇ ਨਜ਼ਦੀਕ ਤੋਂ ਕਰਵਾਉਣਾ ਪਏ, ਉਹ ਕਰਾਉਣਾ ਹੁੰਦਾ ਹੈ। ਤਾਂ ਕਿ ਉਹ ਫਿਰ ਜਿਹਦਾ ਛੱਤ ਦਾ ਮੁਨਸਫ ਨਹੀਂ ਆਇਆ, ਕਿਸ ਵਜ੍ਹਾ ਤੋਂ ਨਹੀਂ ਆਇਆ, ਉਹਨੂੰ ਜੁਰਮਾਨਾ ਹੁੰਦਾ ਹੈ। ਠੀਕ ਹੈ। ਸਹੀ। ਤੇ ਉਸਤਾਦ ਮੁਹਤਰਮ, ਕਿਆ ਇਹ ਜਿਹੜੀ ਚੀਜ਼ ਤੁਸੀਂ ਦੱਸ ਰਹੇ ਹੋ, ਇਹ ਸਾਡੇ ਸਿਆਲਕੋਟ ਜਿਹੜੀ ਇਨਸਾਫ ਕਮੇਟੀ ਦਾ ਰੂਲਸ ਬਣੇ ਦੇ ਨੇ, ਕਿਆ ਉਹਨਾਂ ਦੇ ਵਿੱਚ ਮਰਤਬ ਇਹ ਚੀਜ਼ ਲਿਖੀ ਦੀ ਹੈ? ਬਿਲਕੁਲ ਬਿਲਕੁਲ ਲਿਖੀ ਦੀ ਹੈ। ਠੀਕ ਹੈ ਦੋਸਤੋ, ਸਾਡੇ ਜਿਹੜੇ ਕਵਾਨੀਨ ਨੇ ਉਹਨਾਂ ਦੇ ਵਿੱਚ ਇਹ ਚੀਜ਼ ਲਿਖੀ ਦੀ ਹੈ ਬਕਾਇਦਾ ਕਿ ਬਾਜ਼ੀ ਦੀ ਸੂਰਤ ਵਿੱਚ ਤੁਸੀਂ ਮੱਦੇ ਮੁਕਾਬਲ ਨੂੰ ਫੋਨ ਕਰੋਗੇ, ਔਰ ਕੱਪ ਦੀ ਸੂਰਤ ਵਿੱਚ ਤੁਸੀਂ ਕਮੇਟੀ ਨੂੰ ਫੋਨ ਕਰੋਗੇ। ਸਹੀ। ਬਿਲਕੁਲ ਤਾਂ ਕਿ ਤੁਹਾਡਾ ਜਿਹੜਾ ਵੇ ਉਹ ਮੁਨਸਫ ਦਾ ਬੰਦੋਬਸਤ ਹੋ ਸਕੇ। ਅਗਰ ਇਨ ਕੇਸ ਬਾਜ਼ੀ ਦੀ ਸੂਰਤ ਵਿੱਚ ਮੇਰਾ ਮੁਨਸਫ ਕਿਤੇ ਛੱਤ ਤੇ ਜਾਣਾ, ਉਹ ਟਾਈਮ ਨਾਲ ਨਹੀਂ ਪਹੁੰਚਦਾ, ਉਹਦਾ ਬੈਨੀਫਿਟ ਛੱਤ ਮਾਲਕ ਨੂੰ ਮਿਲੇਗਾ। ਛੱਤ ਮਾਲਕ ਦਾ ਟਾਈਮ ਉਹ ਹੀ ਲਿਆ ਜਾਏਗਾ, ਚਾਹੇ ਭਾਵੇਂ ਉਹ ਅੱਧਾ ਘੰਟਾ ਲੇਟ ਕਬੂਤਰ ਉਡਾਏ, ਉਹਦਾ ਪਿਛਲਾ ਟਾਈਮ ਤੋਂ ਅਕਾਊਂਟ ਹੋਏਗਾ, ਉਹਦੇ ਮਿੰਟ ਨਹੀਂ ਕੱਟੇ ਜਾਣਗੇ। ਇਹ ਰੂਲਸ ਵੀ ਹੈ। ਤੇ ਬਕਾਇਆ ਹੈ ਕਿ ਕੱਪ ਵਿੱਚ ਅਗਰ ਕੋਈ ਬੰਦਾ ਨਹੀਂ ਕਰਦਾ ਤਾਂ ਉਹਦੀ ਫਿਰ ਛੱਤ ਜਿਹੜੀ ਹੈ ਨਾ ਉਹ ਕੱਟ ਦਿੱਤੀ ਜਾਂਦੀ। ਠੀਕ ਹੈ। ਲੋ ਦੋਸਤੋ, ਉਸਤਾਦ ਹੋਰਾਂ ਕੋਲ ਅਸਾਂ ਤੁਹਾਨੂੰ ਟੂਰਨਾਮੈਂਟ ਬਾਰੇ 'ਚ ਵੀ ਇਨਫੋਰਮੇਸ਼ਨ ਲੈ ਕੇ ਦਿੱਤੀ ਹੈ ਜੀ। ਤੇ ਉਸਤਾਦ ਮੁਹਤਰਮ, ਇੱਕ ਤੁਹਾਡੇ ਗਰੁੱਪ ਦੇ ਮੀਆਂ ਯਕੂਬ ਸਾਹਿਬ ਨੇ, ਬੜੇ ਅੱਛੇ ਬੰਦੇ ਨੇ, ਬੜੇ ਪਿਆਰ ਵਾਲੇ ਨੇ। ਸਾਡਾ ਜਿਹੜਾ ਗਰੁੱਪ ਹੈ ਨਾ, ਜਿਹੜੇ ਅਸੀਂ ਕੰਮ ਕਰਦੇ ਹਾਂ, ਉਹ ਕੱਲਾ ਕੋਈ ਇਮਤਿਆਜ਼ ਹੀਰਾ ਨਹੀਂ, ਕੱਲਾ ਹਾਜੀ ਸਾਹਿਬ ਨਹੀਂ। ਜੀ ਜੀ ਬਿਲਕੁਲ। ਸਾਡੀ ਇੱਕ ਟੀਮ ਵਰਕ ਹੈ। ਅਸੀਂ ਟੀਮ ਵਰਕ ਦਾ ਹੀ ਸਾਰਾ ਕੰਮ ਹੈ। ਕੱਲਾ ਸਾਡੇ ਚ ਕੋਈ ਬੰਦਾ ਵੀ ਨਹੀਂ ਕਿ ਅਸੀਂ ਇਕੱਲੇ ਕੋਈ ਕਹੀਏ ਕਿ ਮੇਰੀ ਵਜ੍ਹਾ ਨਾਲ ਇਸ ਤਰ੍ਹਾਂ। ਇਹ ਸਾਡੀ ਟੀਮ ਦੀ ਵਜ੍ਹਾ ਨਾਲ ਹੈ, ਜਿਹਦੇ ਚ ਮੀਆਂ ਯਕੂਬ ਸਾਹਿਬ ਨੇ, ਜਿਹਦੇ ਸਾਡੇ ਅਹਿਮ ਰੁਕਨ ਨੇ, ਮਲਕ ਆਦਲ ਅਵਾਨ ਸਾਹਿਬ ਨੇ, ਬੜੇ ਅਹਿਮ ਰੁਕਨ ਨੇ, ਜਿਨ੍ਹਾਂ ਦੀਆਂ ਬੜੀਆਂ ਕਾਬਸ਼ਾਂ ਨੇ। ਜੀ ਰਫੀਕ ਗੋਗਾ ਸਾਹਿਬ ਨੇ, ਗੋਗਾ ਭੱਟ ਸਾਹਿਬ, ਹਸਨ ਠੋਰ ਸਾਹਿਬ ਨੇ, ਸ਼ੇਖ ਹਤੀਕ ਸਾਹਿਬ ਨੇ, ਅਰਸ਼ਦ ਭਾਈ ਸਾਹਿਬ ਨੇ, ਸਲਾਮ ਖਾਨ ਸਾਹਿਬ ਨੇ, ਜਿਹੜੇ ਸਾਡੇ ਕਮੇਟੀ ਦੇ ਮੈਂਬਰ ਨੇ। ਇਹਨਾਂ ਦੀ ਬੜੀ ਸਾਡੀ ਯਕਜਾ ਹੋ ਕੇ ਇਹਨਾਂ ਤੇ ਇਕੱਠਿਆਂ ਕਾਬਸ਼ਾਂ ਨੇ ਕਿ ਅੱਜ ਕਬੂਤਰ ਪਰਵਰੀ ਜਿਹੜੀ ਹੈ ਇਸ ਤੱਕ ਪਹੁੰਚੀ ਹੈ, ਜਿਸ ਜਹਾਂਗੀਰ ਭੱਟ ਸਾਹਿਬ ਵੀ ਨੇ, ਜਿਨ੍ਹਾਂ ਨੇ ਗਾਏ ਵਗਾਏ, ਸਾਡੇ ਬੜੇ ਦੋਸਤ ਨੇ। ਮਤਲਬ ਕਿ ਹੋਰ ਬੜੇ ਟੀਮ ਹੈ ਜਿਨ੍ਹਾਂ ਦੇ ਮੈਂ ਨਾਂ ਨਹੀਂ ਵੀ ਲਏ, ਉਹ ਵੀ ਸਾਡੇ ਨਾਲ ਲੋਕੀ
ਖਾਸ ਤੌਰ ਤੇ ਪੂਰਾ ਸਿਆਲਕੋਟ ਜਿਹੜੇ ਕਿ ਸਾਡੇ ਨਾਲ ਅੱਗੋਂ ਪਾਰਟਿਸਿਪੇਟ ਕਰਦੇ ਨੇ, ਜਿਹੜੇ ਕੱਪ ਉਡਾਉਂਦੇ ਨੇ ਕਬੂਤਰ ਲੋਕ ਬਿਲਕੁਲ। ਜੀ ਜੀ ਤਾਮਨ ਕਰਦੇ ਨੇ ਉਹ ਲੋਕ, ਸਹੀ ਤੇ ਇਹਦੀ ਵਜ੍ਹਾ ਨਾਲ ਇਹ ਸਾਰਾ ਕੁਝ ਕਾਮਯਾਬ ਹੈ। ਔਰ ਅਲਹਮਦੁਲਿਲਾ ਇੱਕ ਅਰਸਾ ਹੀ ਹੋ ਗਿਆ ਹੁਣ ਸਾਡੇ ਟੂਰਨਾਮੈਂਟ ਵਿੱਚ ਕਿ ਕਦੀ ਇਹ ਤਸੱਵਰ ਵੀ ਨਹੀਂ ਜ਼ਿਹਨ ਚ ਆਇਆ ਕਿ ਇਹਦੇ ਚ ਕੋਈ ਬਦਨਵਾਨੀ ਹੋਈ ਹੋਏਗੀ ਜਾਂ ਕੋਈ ਬਦਨਵਾਨੀ ਕਰਦਾ ਹੋਏਗਾ, ਕਿਸੇ ਛੱਤ ਤੇ ਕੋਈ ਬੇਈਮਾਨੀ ਹੁੰਦੀ ਹੋਵੇ, ਠੀਕ ਹੈ ਕਿਸੇ ਨੇ ਕੋਈ ਗਲਤ ਕਬੂਤਰ ਲਹਾਇਆ ਹੋਵੇ, ਕਿਸੇ ਨੇ ਕੋਈ ਬਾਹਰੋਂ ਛੱਡਿਆ ਹੋਵੇ, ਕਿਸੇ ਨੇ ਕੁਝ ਕੀਤਾ, ਕਦੀ ਟੈਕਨੀਕਲ ਕੰਮਾਂ ਦੇ ਕੋਈ ਮਿਸਟੇਕ ਦੀ ਕੋਈ ਕੰਪੇਨ ਆ ਜਾਏ ਤੇ ਆ ਜਾਏ, ਐਸਾਂ ਦੀ ਕੰਪੇਨ ਹੁਣ ਨਹੀਂ ਆਂਦੀ। ਹਾਂ ਤੁਸੀਂ ਬੇਸ਼ੱਕ ਅਸੀਂ ਦਾਅਵੇ ਨਾਲ ਇਹ ਕਹਿੰਦੇ ਆ ਕਿ ਕਿਸੇ ਛੱਤ ਤੇ ਤੁਸੀਂ ਮੁਨਸਫ ਨਾ ਭੇਜ ਕੇ ਬਾਹਰ ਕੋਈ ਬੰਦਾ ਬਹਾ ਕੇ ਵੇਖ ਲਓ, ਛੱਤ ਮਾਲਕ ਬੇਈਮਾਨੀ ਨਹੀਂ ਕਰੇਗਾ, ਉਹ ਜਾਨਵਰ ਹੀ ਕਬੂਤਰ ਬਿਠਵਾਏਗਾ। ਮਾਸ਼ਾਅੱਲਾ ਜੀ, ਬੜੀ ਅੱਛੀ ਇੱਥੇ ਗੱਲ ਹੈ। ਹਾਲੇ ਪਿਛਲੇ ਸਾਲ ਹੋਇਆ ਕਿ ਬਾਜ਼ੀ ਦਾ ਮੁਨਸਫ ਹੀ ਨਹੀਂ ਸੀ ਆਏ ਤੇ ਬਾਜ਼ੀਆਂ ਸਨ। ਕਰਾਮ ਭਲਵਾਨ ਸਾਹਿਬ ਦੀ ਛੱਤ ਸੀ ਇੱਥੇ ਮੰਡੀ ਜੀ ਵਾਲੀ, ਇਹ ਮੰਡੀ ਚ ਪਈ ਹੈ ਛੱਤ ਮੰਡੀ ਨਹੀਂ ਉਹਨਾਂ ਦੀ ਬਣੀ। ਤੇ ਉਹਨਾਂ ਨੂੰ ਮੈਨੂੰ ਫੋਨ ਆਇਆ ਤੇ ਮੈਂ ਉਹਨਾਂ ਨੂੰ ਕਿਹਾ ਜੀ ਤੁਸੀਂ ਝੰਡੀ ਮਾਰ ਦਿਓ, ਕੋਈ ਗੱਲ ਨਹੀਂ। ਉਹਨਾਂ ਝੰਡੀ ਮਾਰ ਦਿੱਤੀ। ਜਿਸ ਵੇਲੇ ਮੁਨਸਫ ਆਇਆ ਉਦੋਂ ਤੱਕ ਉਹਨਾਂ ਦੇ 2 ਕਿ 3 ਕਬੂਤਰ ਬਹਿ ਗਏ ਦੇ ਸਨ। ਮੁਨਸਫ ਕੋਈ 1.5-2 ਘੰਟੇ ਬਾਅਦ ਚ ਆਇਆ ਔਰ ਉਹਨਾਂ ਨੇ ਇਮਾਨਦਾਰੀ ਨਾਲ ਹੀ ਪੂਰੇ ਉਹ ਕਬੂਤਰ ਲਹਾਏ ਜੀ, ਇਹ ਕਬੂਤਰ ਸਾਡੇ ਬਹਿ ਗਏ ਮਾਸ਼ਾਅੱਲਾ। ਤੇ ਹੁਣ ਤੇ ਇੱਥੋਂ ਤੱਕ ਦੌੜ ਗਏ ਕਿ ਮੁਨਸਫ ਵੀ ਨਹੀਂ ਛੱਤ ਤੇ ਕੋਈ ਕੁਝ ਵੀ ਕਰ ਸਕਦਾ, ਨਹੀਂ ਵੀ ਕਬੂਤਰ ਉਡਾ ਕੇ ਆਂਦਾ ਮੈਂ ਉਡਾ ਦਿੱਤੇ ਤੇ ਬਾਅਦ ਛੱਡ ਲਏ। ਤੇ ਉਹਨਾਂ ਦੇ ਸਭ ਤੋਂ ਵੱਡੀ ਮੋਹਰ ਜਿਹੜੀ ਇਮਾਨਦਾਰੀ ਲੱਗੀ ਹੈ, ਉਹ ਇਸ ਤੋਂ ਵੱਡਾ ਉਹਨਾਂ ਕੋਲ ਕੀ ਖਿਤਾਬ ਹੈ। ਹਰਕਤਾਂ ਤੇ ਗੇਮ ਦਾ ਹਿੱਸਾ ਹੈ। ਬਿਲਕੁਲ ਜਨਾਬ, ਬਿਲਕੁਲ। ਔਰ ਬਾਜ਼ੀ ਦੇ ਵਿੱਚ ਬੜੀ ਗੱਲ ਗੇਮ ਹੁੰਦੀ ਦਾ ਹੈ। ਹਿੱਸਾ ਹੈ। ਬਿਲਕੁਲ ਤੁਹਾਨੂੰ ਹਰਨਾ ਵੀ ਹੈ, ਤੁਸੀਂ ਜਿੱਤਣਾ ਵੀ ਹੈ। ਬਿਲਕੁਲ ਜਿਉਂ ਦੀ ਉਮਰ ਹੋਈ ਹੈ, ਬਾਜ਼ੀਆਂ ਉਡਾਈਆਂ ਨੇ, ਜਿੱਤੇ ਵੀ ਆ, ਹਰੇ ਵੀ ਆ। ਮਾਸ਼ਾਅੱਲਾ ਜੀ। ਉਸਤਾਦ ਜੀ ਤੁਸੀਂ ਦੂਸਰੇ ਬੰਦੇ ਅੱਜ ਮੈਨੂੰ ਤੱਕ ਅਲਹਮਦੁਲਿਲਾ ਸਾਡਾ ਇਕੱਠ ਨਹੀਂ ਕਦੀ ਹੋਇਆ। ਬਿਲਕੁਲ ਸਰ। ਔਰ ਮੈਂ ਆਪਣੇ ਦੂਸਰੇ ਭਰਾਵਾਂ ਨੂੰ ਇਹ ਸੋਚਦਾ ਕਿ ਥੋੜੀ ਬਹੁਤੀ ਕਸਰ ਲੱਗਦੀ ਵੀ ਹੋਵੇ ਨਾ ਤੇ ਕੋਸ਼ਿਸ਼ ਕਰੋ ਇਕੱਠਾਂ ਚ ਨਾ ਪਵੋ, ਬਿਲਕੁਲ ਕਿਉਂਕਿ ਜਦੋਂ ਇਕੱਠ ਹੁੰਦਾ ਹੈ ਨਾ, ਕੋਈ ਤੁਹਾਨੂੰ ਵੀ ਬੁਰਾ ਕਹੇਗਾ, ਕੋਈ ਮੈਨੂੰ ਵੀ ਕਹੇਗਾ। ਬੇਸ਼ੱਕ ਤੇ ਬੇਸ਼ੱਕ। ਇਸ ਲਈ ਛੋਟੀਆਂ ਮੋਟੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰਕੇ ਨਿੱਕੀਆਂ ਨਿੱਕੀਆਂ ਗੱਲਾਂ ਦੇ ਇਕੱਠ ਨਹੀਂ ਕਰੀਦੇ। ਸ਼ੌਕ ਹੀ ਵੇਖਣਾ ਨਾ ਆਪਣੇ ਕਬੂਤਰਾਂ ਦਾ। ਬਿਲਕੁਲ ਬਿਲਕੁਲ। ਉਸਤਾਦ ਜੀ ਮੇਰਾ ਇੱਕ ਮੰਨਣਾ ਹੈ ਕਿ ਅਮੂਮਨ ਜਿਹੜੇ ਉਸਤਾਦ ਨੇ, ਮੈਂ ਦੇਖੋ ਮੈਂ ਤਾਂ ਆਪਣੇ ਪੇਜ ਦੇ ਦੋਸਤ ਨਾਲ ਵੀ ਕਹਿੰਦਾ ਹੁੰਦਾ ਕਿ ਜਿਹਦੇ ਨਾਂ ਦੇ ਨਾਲ ਉਸਤਾਦ ਲੱਗ ਜਾਂਦਾ ਉਹ ਕਾਬਲੇ ਇੱਜ਼ਤ ਹੈ, ਬਿਲਕੁਲ ਕਾਬਲੇ ਇhtਰਾਮ ਹੈ, ਕਿਉਂਕਿ ਰੱਬ ਨੇ ਉਹਨੂੰ ਇੱਜ਼ਤ ਦਿੱਤੀ ਹੈ। ਅਸੀਂ ਝੁਠਲਾਉਣ ਵਾਲੇ ਕੌਣ ਆ? ਕੋਈ ਵੀ ਮੈਂ ਅਕਸਰ ਜ਼ਿਕਰ ਕਰਨਾ, ਤੁਹਾਡਾ ਕਰਨਾ, ਮੋਇਨੂਆ ਸਾਹਿਬ ਦਾ ਕਰਨਾ, ਆਸ਼ਿਕ ਹਸੈਨ ਸਾਹਿਬ ਦਾ ਕਰਨਾ, ਸ਼ੇਖ ਅਫਜ਼ਲ ਸਾਹਿਬ ਦਾ, ਜਾਂ ਲਾਹੌਰ ਦੇ ਕੋਈ ਵੀ ਉਸਤਾਦ ਨੇ, ਮੈਂ ਸ਼ਾਹ ਸ਼ਬੀਰ ਲੇਬਲ ਵਾਲੇ ਜਿਹੜੇ ਨੇ ਉਹਨਾਂ ਦਾ ਵੀ ਉਸਤਾਦ ਮੁਹਤਰਮ ਦਾ ਕਰਨਾ ਵਾ, ਕਿਉਂਕਿ ਸਭ ਕਾਬਲੇ ਇhtਰਾਮ ਨੇ। ਕਿ ਇਹਨਾਂ ਦੇ ਆਪਸ 'ਚ ਇਕੱਠਾਂ ਦੀ ਨੌਬਤ ਨਹੀਂ ਆਂਦੀ ਕਦੀ ਵੀ, ਜੇ ਵਿੱਚੋਂ ਛੋਟੇ ਛੋਟੇ ਬੰਦੇ ਉੱਠ ਕੇ ਚੁੰਬੜਾ ਨਾ ਕਰਾਉਣ ਤੇ। ਤੁਹਾਡਾ ਕੀ ਖਿਆਲ ਹੈ? ਨਹੀਂ ਦੇਖੋ ਜੀ, ਅੱਛੀ ਗੱਲ ਹੈ ਕਿ ਇਹ ਤੇ ਮੈਨੂੰ ਸਮਝਣਾ ਚਾਹੀਦਾ ਕਿ ਛੋਟੇ ਬੰਦੇ ਚੁੰਬੜ ਤੇ ਮੈਂ ਨਾ ਅੱਗੇ ਲੱਗਾ। ਬਿਲਕੁਲ ਉਸਤਾਦਾਂ ਨੂੰ ਇਹ ਸਮਝਣਾ ਚਾਹੀਦਾ ਕਿ ਚੁੰਬੜ ਕਰਨ ਵਾਲੇ ਬੰਦੇ ਨੂੰ ਸਾਈਡ ਤੇ ਕਰਦਾ। ਬਿਲਕੁਲ ਬਈ ਇੱਕ ਬੰਦਾ ਮੇਰੀ ਇੱਜ਼ਤ 'ਚ ਫਰਕ ਪਿਆ ਪਾਉਂਦਾ ਹੈ, ਮੇਰਾ ਬੰਦਾ ਹੋ ਕੇ ਮੇਰੀ ਧਿਆਨ ਨਾਲ ਲੜਾਈ ਕਰਵਾਉਂਦਾ ਹੈ, ਤੇ ਮੈਂ ਉਹਨੂੰ ਕਹਾਂ ਯਾਰ ਤੂੰ ਹੀ ਲਾਂਬੇ ਹੋ ਜਾ। ਬਿਲਕੁਲ ਬੜੀ ਅੱਛੀ ਗੱਲ ਹੈ। ਕਿਉਂਕਿ ਜਿਹਦੇ ਨਾਲ ਤੁਸੀਂ ਸ਼ੌਕ ਕਰਨਾ, ਉਹਦੇ ਨਾਲ ਪਿਆਰ ਕਰਨਾ, ਬਿਲਕੁਲ ਤਾਂ ਹੀ ਸ਼ੌਕ ਹੋਣਾ। ਬੇਸ਼ੱਕ ਜੀ। ਅਸੀਂ ਅਲਹਮਦੁਲਿਲਾ ਕਿਸੇ ਉਸ ਬੰਦੇ ਨਾਲ ਸ਼ੌਕ ਨਹੀਂ ਕਰਦੇ ਜਿਹੜਾ ਸਾਡਾ ਜ਼ਿੱਦ ਰੱਖਦਾ ਹੋਵੇ। ਬੜੀ ਅੱਛੀ ਗੱਲ ਹੈ। ਬਹੁਤ ਤੇ ਬਈ ਅੱਛੀ ਬਾਤ ਜਿਹਦੇ ਹੈ। ਤੋਂ ਜ਼ਿੱਦ ਨਾਲ ਹੀ ਲੜਨ ਸ਼ੌਕ ਕਰਨਾ ਹੈ, ਤੇ ਫਿਰ ਸਾਨੂੰ ਕੀ ਲੋੜ ਹੈ ਕਿਸੇ ਨਾਲ ਪੱਲਾ ਲਾ ਕੇ ਕੋਲੋਂ ਪੈਸਾ ਖਰਚ ਕਰਕੇ, ਇੰਨਾ ਸਾਲਾਂ ਦੇ ਸਾਲ ਪੈਸਾ ਖਰਚ ਕਰੀਦਾ, ਤੇ ਫਿਰ ਬੰਦਾ ਸਿਰ ਦਰਦ ਵੇਖਣਾ ਤੇ ਸ਼ੌਕ ਹੈ ਆਪਣੇ ਕਬੂਤਰਾਂ ਦਾ। ਬਿਲਕੁਲ ਤੇ ਸਾਡੀਆਂ ਅਲਹਮਦੁਲਿਲਾ ਮੋਇਨੂਆ ਨਾਲ, ਚੌਧਰੀ ਬਸ਼ਰ ਨਾਲ, ਹੋਰ ਜਿਨ੍ਹਾਂ ਭਰਾਵਾਂ ਨਾਲ ਵੀ ਸਾਡੀਆਂ ਬਾਜ਼ੀਆਂ ਉੱਡਦੀਆਂ ਨੇ, ਸਾਡਾ ਉਹਨਾਂ ਨਾਲ ਭਰਾਵਾਂ ਵਾਲਾ ਤਲਕ ਹੈ। ਮਾਸ਼ਾਅੱਲਾ ਜੀ, ਮਾਸ਼ਾਅੱਲਾ। ਬਿਲਕੁਲ ਉਸਤਾਦ ਜੀ ਭਰਾਵਾਂ ਵਾਲਾ ਤਲਕ ਹੈ ਤੇ ਇੰਨੇ ਸਾਲਾਂ ਤੋਂ ਗੇਮ ਹੋ ਰਹੀ ਹੈ। ਫੜ ਲਈ ਇੱਕ ਦੂਜੇ ਦੇ ਤੇ ਲੈ ਕੇ, ਕੋਈ ਫੜ ਲੈ ਫਿਰ ਵੀ ਲੈ ਕੇ ਦੇਈਦੇ ਨੇ ਇੱਕ ਦੂਜੇ ਦੇ ਕਬੂਤਰ। ਠੀਕ ਹੈ। ਸਾਡੇ ਇਲਾਕੇ 'ਚ ਕਿਸੇ ਦਾ ਫੜ ਕੇ ਤੇ ਉਹਨਾਂ ਨੂੰ ਪਤਾ ਲੱਗੇ, ਉਹਨਾਂ ਸਾਨੂੰ ਕਹਿਣਾ ਮੇਰਾ ਕਬੂਤਰ ਲੈ ਦਿਓ, ਮੈਂ ਸਾਡਾ ਫੜ ਕੇ ਦੇਣਾ ਤਾਂ ਉਹਨਾਂ ਨੂੰ ਕਹਿਣਾ ਸਾਡਾ ਕਬੂਤਰ ਲੈ ਦਿਓ, ਔਰ ਲੈ ਕੇ ਦੇਣਾ ਹੈ। ਵੈਰੀ ਗੁੱਡ। ਬੜੀ ਅੱਛੀ ਗੱਲ ਹੈ। ਐ ਨਹੀਂ ਕਿ ਉਹਦਾ ਫੜ ਲਿਆ ਫਟਾਫਟ ਕੱਟਣ ਵਾਲੀ ਗੱਲ ਕਰੋ ਜੀ, ਕਿਸੇ ਨੂੰ ਕਹਿ ਲੈ ਫੜ ਲਿਆ ਉਹਦਾ ਕੱਟ ਦੇ ਕੱਟ ਦੇ, ਇਹ ਕੋਈ ਸ਼ੌਕ ਨਹੀਂ। ਮੈਂ ਦੋਸਤਾਂ ਨੂੰ ਕਹਿਣਾ ਕਿ ਇਸ ਚੀਜ਼ ਚੋਂ ਬਾਹਰ ਨਿਕਲਣਾ ਚਾਹੀਦਾ। ਸ਼ੌਕ ਕਰੋ ਇੱਕ ਦੂਜੇ ਨਾਲ, ਭੈਣਾਂ ਭਰਾਵਾਂ ਵਾਂਗਰਾਂ। ਅਸੀਂ ਤੇ ਕਬੂਤਰ ਲੈਣ ਦੇਣ ਕਰ ਲੈਨੇ ਆਪਸ ਵਿੱਚ। ਮਾਸ਼ਾਅੱਲਾ ਬੜੀ ਅੱਛੀ ਗੱਲ ਹੈ। ਬਹੁਤ ਅੱਛੀ ਬਾਤ ਹੈ। ਇਹੀ ਸਭ ਤੋਂ ਵੱਡੀ ਅੱਜ ਕੱਲ ਦੀ ਗੇਮ ਦੇ ਵਿੱਚ ਗੱਲ ਹੈ ਕਿ ਕਬੂਤਰ ਦਾ ਜੋ ਲੈਣ ਦੇਣ ਹੋ ਜੇ ਨਾ ਉਸਤਾਦ ਜੀ ਵਾਪਸ ਤੇ ਇਸ ਤੋਂ ਵੱਡੇ ਜ਼ਰਫ ਦੀ ਗੱਲ ਕੋਈ ਵੀ ਨਹੀਂ ਗੇਮ ਦੇ ਵਿੱਚ ਹੁੰਦੀ।
ਅੱਜ ਕੱਲ ਤੇ ਸਾਡੇ ਖਿਲਾੜੀ ਨੂੰ ਕਬੂਤਰ ਫੜ ਲੈਣ ਤੇ ਉਹ ਅੱਗੋਂ ਸੋਚਦੇ ਨੇ ਕਿ 500 ਦਾ ਵੇਚਾਂ ਕਿ 2000 ਦਾ ਵੇਚਾਂ, ਅੱਗੋਂ ਬਾਅਦ ਖਿਲਾੜੀ ਇਹ ਸੋਚ ਸ਼ੁਰੂ ਕਰ ਛੱਡਦੇ ਨੇ ਅੱਜ ਕੱਲ ਤੇ। ਨਹੀਂ, ਮੈਂ ਉਹਨਾਂ ਦੋਸਤਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਯਾਰ ਸ਼ੌਕੀਨ ਬਣੋ, ਉਹਨਾਂ ਦਿਨਾਂ ਦੇ ਵਿੱਚ ਲੋਕਾਂ ਨੂੰ ਜ਼ਰੂਰਤ ਹੁੰਦੀ ਹੈ ਤੇ ਉਹਦਾ ਨਜਾਇਜ਼ ਫਾਇਦਾ ਨਾ ਉਠਾਓ। ਸਾਫ਼ ਦੱਸੋ ਅਗਲੇ ਨੂੰ, ਮੁਨਾਸਬ ਜੇ ਉਹਦੇ ਕੋਲ ਪੈਸੇ ਲਵੋ ਤੇ ਉਹਨੂੰ ਦੇ ਦਿਓ। ਬਿਲਕੁਲ। ਉਹ ਬਾਅਦ ਬੰਦੇ ਅਕਸਰ ਆਮ ਪੈ ਕਹਿੰਦੇ ਜੀ ਅਸਾਂ ਇੰਨੇ ਦਾ ਲਿਆਂਦਾ ਸੀ। ਮੈਂ ਕਿਹਾ ਉਹਨਾਂ ਦਿਨਾਂ ਉਹਨਾਂ ਦੀਆਂ ਦਿਹਾੜੀਆਂ ਲੱਗਦੀਆਂ ਹੁੰਦੀਆਂ ਨੇ, ਉਹ ਪੜਤਾਲੇ ਵੱਖਰੇ ਹੁੰਦੇ ਨੇ। ਅੱਛਾ ਖਿਲਾੜੀ ਜਿਹੜਾ ਹੋਏਗਾ ਨਾ ਉਹ ਕਦੀ ਵੀ ਇੰਜ ਨਹੀਂ ਕਰੇਗਾ। ਆਹੋ, ਜਿਹੜਾ ਅੱਛਾ ਖਿਲਾੜੀ ਉਹਨੇ ਕਦੀ ਵੀ ਇੰਜ ਨਹੀਂ ਕਰਨਾ, ਉਹਨੇ ਅਗਲੇ ਦਾ ਹਿਸਾਬ ਕਿਤਾਬ ਲਾਣਾ, ਯਾਰ ਮੈਂ ਵੀ ਇੰਜ ਹੀ ਕਰਨਾ ਪਿਆ, ਜੇ ਕੱਲ ਨੂੰ ਮੇਰਾ ਕੋਈ ਫੜ ਗਿਆ ਤੇ ਉਹਦੀ ਵੀ ਪ੍ਰੋਬਲਮ ਬਣੇਗੀ। ਕਿ ਅੱਛੇ ਖਿਲਾੜੀ ਧਿਆਨ ਹੈ ਕਿ ਹੁਣ ਮੈਨਵਾਜ਼ ਦੇ ਇਲਾਕੇ 'ਚ ਕੋਈ ਕਬੂਤਰ ਸਾਡਾ ਫੜਿਆ ਜਾਂਦਾ, ਸਾਨੂੰ ਪਤਾ ਲੱਗ ਜਾਂਦਾ ਤੇ ਮੈਨਵਾਜ਼ ਨੂੰ ਕਹਿਣਾ ਯਾਰ ਲੈ ਦੇ, ਉਹ ਲੈ ਦਿੰਦਾ, ਉਹਨੇ ਲੈ ਕੇ ਦੇਣਾ। ਬਹੁਤ ਅੱਛੇ। ਉਹਦੀ ਬਸ਼ਰ ਵਾਲੇ ਪਾਸੇ ਕੋਈ ਫੜਿਆ ਜਾਣਾ, ਉਹਨਾਂ ਨੂੰ ਕਹਿਣਾ ਵੀ ਲੈ ਕੇ ਦਿਓ, ਉਹਨਾਂ ਲੈ ਕੇ ਦੇਣਾ। ਐਮ ਅਯੂਬ ਚੌਧਰੀ ਸਾਹਿਬ ਕਰਨਲ ਕਬੂਤਰ ਦਾ ਨਹੀਂ ਕਬੂਤਰਾਂ ਦਾ, ਕਰਨਲ ਕਬੂਤਰਾਂ ਦਾ ਸ਼ੌਕ ਵੀ ਉਸਤਾਦ ਹੋਣਾ ਕਰਾ ਦਿੱਤਾ। ਸਾਡੀ ਵੀਡੀਓ ਨੂੰ ਜ਼ਰਾ ਰਿਵਰਸ ਕਰਕੇ ਤੁਸੀਂ ਦੇਖੋ, ਇਨਸ਼ਾਅੱਲਾ ਉਹਨਾਂ ਬੜੇ ਅੱਛੇ ਜਿਹੜੇ ਉਹਨਾਂ ਦੇ ਵੱਡੇ ਕਬੂਤਰ ਨੇ ਉਹਨਾਂ ਦਾ ਸ਼ੌਕ ਕਰਵਾਇਆ ਉਸਤਾਦ ਹੋਰਾਂ ਨੇ, ਤੇ ਤੁਸੀਂ ਜ਼ਰਾ ਵੀਡੀਓ ਨੂੰ ਰਿਵਾਈਂਡ ਕਰਕੇ ਤੇ ਚੈੱਕ ਕਰੋ, ਤੁਹਾਨੂੰ ਇਨਸ਼ਾਅੱਲਾ ਮਜ਼ਾ ਆਏਗਾ ਦੇਖਣ ਦਾ। ਜੀ ਉਸਤਾਦ ਕਿ ਅਸੀਂ ਲੋਕਾਂ ਨੂੰ ਵੀ ਕਹਿੰਦੇ ਕਿ ਯਾਰ ਇੰਜ ਦਾ ਸ਼ੌਕ ਹੋਣਾ ਚਾਹੀਦਾ, ਜਿੰਨਾ ਸ਼ੌਕ ਕਰੋ ਉਹਨਾਂ ਤੁਹਾਡਾ ਪਿਆਰ ਹੋਣਾ ਚਾਹੀਦਾ, ਉਹਨਾਂ ਡਾਂਗਾ ਨਹੀਂ ਫੜੀਆਂ ਹੋਣੀਆਂ ਚਾਹੀਦੀਆਂ ਕਿ ਤੁਸੀਂ ਫੇਸਬੁੱਕ ਦੇ ਉੱਤੇ ਉਹ ਤੁਹਾਡੇ ਖਿਲਾਫ ਹੁੰਦਾ ਹੋਵੇ, ਤੁਸੀਂ ਉਹਦੇ ਖਿਲਾਫ ਗਾਲੀਆਂ ਗਲੋਚ ਕਰਦੇ ਹੋ। ਬੜੀ ਅੱਛੀ ਗੱਲ ਹੈ। ਤੁਹਾਨੂੰ ਅੱਜ ਤੱਕ ਫੇਸਬੁੱਕ ਦੇ ਉੱਤੇ ਕੋਈ ਐਸੀ ਚੀਜ਼ ਨਜ਼ਰ ਨਹੀਂ ਆਏਗੀ ਜਿਹੜੀ ਸਾਡੀ ਕਲੱਬ ਦੇ ਅੰਦਰੋਂ ਕੋਈ ਸਰ ਇਹ ਜਿਹੜਾ ਤੁਹਾਡੇ ਨਾਲ ਨਾਂ ਜਿਹੜੇ ਜੁੜੇ ਦੇ ਨੇ ਨਾ, ਮਾਸ਼ਾਅੱਲਾ ਐਸਾ ਤੁਹਾਨੂੰ ਫਖਰ ਹੋਣਾ ਚਾਹੀਦਾ ਹੈ ਕਿ ਜਿਹੜੇ ਨਾਂ ਤੁਹਾਡੇ ਨਾਲ ਜੁੜੇ ਦੇ ਨੇ ਇਹ ਬੜੇ ਡੀਸੈਂਟ ਨਾਮ ਨੇ, ਬੜੇ ਡੀਸੈਂਟ ਨਾਮ ਨੇ। ਔਰ ਇਸ ਗੇਮ 'ਚ ਮੈਂ ਆਨ 에ਅਰ ਪਿਆ ਕਹਿਣਾ ਵਾਂ ਕਿ ਇਸ ਗੇਮ 'ਚ ਮੈਨੂੰ ਹੀਰਾ ਸਾਹਿਬ ਬੜੇ ਮੁਤਾਸਰ ਕੁਨ ਜਿਹੜੀ ਸ਼ਖਸੀਅਤ ਲੱਗੇ ਦੇ ਨੇ। ਅੱਜ ਦੇ ਨਹੀਂ, ਮੈਂ ਤਕਰੀਬਨ ਸ਼ੌਕ ਕਰਨਾ ਪਿਆ ਤਕਰੀਬਨ 25 ਤੋਂ 26 ਸਾਲ ਦਾ। ਮੇਰੇ ਉਦੋਂ ਤੋਂ ਆਈਡੀਅਲ ਸ਼ਖਸੀਅਤ ਨੇ, ਬੜੇ ਸੁਲਝੇ ਹੋਏ ਗੇਮ 'ਚ ਬੰਦੇ ਨੇ। ਮੈਂ ਸ਼ੌਕ ਕਰਦਾ ਸਾਂ ਨਾ ਭਾਈ ਅਨਵਰ ਹੋਰਾਂ ਨਾਲੋਂ ਸ਼ੌਕ ਕਰਨਾ ਹੁੰਦਾ ਸਾਂ, ਅੱਲਾ ਨੂੰ ਜੰਨਤ ਨਸੀਬ ਕਰੇ। ਤੇ ਅਕਸਰ ਤੁਹਾਡਾ ਜ਼ਿਕਰ ਵੀ ਹੁੰਦਾ ਸੀ ਤੇ ਮੁਲਾਕਾਤ ਵੀ ਹੁੰਦੀ ਸੀ, ਮਗਰ ਉਦੋਂ ਮੈਂ ਛੋਟਾ ਹੁੰਦਾ ਸਾਂ। ਅਨਵਰ ਭਾਈਆ ਫੌਤ ਹੋ ਗਏ ਦੇ ਨੇ ਸਾਡੇ ਮੁਹੱਲੇ ਦੇ ਹੀ ਸੀ। ਹਾਂਜੀ, ਪਿੱਛੇ ਜੀ ਉਹਨਾਂ ਦੇ ਵੱਡੇ ਭਾਈ ਵੀ ਫੌਤ ਹੋ ਗਏ ਨੇ, ਬਾਤ ਸਬਰ ਹੋ ਰਹੀ ਵੀ। ਹਾਂਜੀ ਬਸ ਜਿਹਨੇ ਆਈ ਸਾਹਿਬ ਜਿਹੜਾ ਆਇਆ ਉਹਨੇ ਜਾਣਾ ਤੇ ਆਇਆ। ਕੋਈ ਅੱਛੀ ਗੁਜ਼ਾਰ ਗਿਆ ਜਿਹਨੂੰ ਬਾਅਦ ਚੋਂ ਅੱਛੇ ਨਾਵਾਂ ਨਾਲ ਯਾਦ ਕੀਤਾ ਜਾਂਦਾ ਹੈ, ਕੋਈ ਬੁਰੀ ਗੁਜ਼ਾਰ ਕੇ ਜਾਂਦਾ ਜਿਹਨੂੰ ਬਾਅਦ ਚੋਂ ਲੱਗ ਬੁਰਾ ਯਾਦ ਕਰਦੇ। ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਕਿ ਕੋਈ ਤੁਹਾਨੂੰ ਅੱਛਾ ਯਾਦ ਬਿਲਕੁਲ ਜੀ, ਬਿਲਕੁਲ ਕਿਹਾ ਕਿ ਤੁਹਾਨੂੰ ਖਾਸ ਤੌਰ ਤੇ ਜਦੋਂ ਤੁਸੀਂ ਫੇਸਬੁੱਕ ਤੇ ਕੋਈ ਬਿਆਨ ਛੱਡਦੇ ਹੋ, ਕੋਈ ਨੈਟ ਤੇ ਬਿਆਨ ਛੱਡਦੇ ਹੋ ਤਾਂ ਪੂਰੀ ਦੁਨੀਆ ਦੇਖਦੀ ਹੈ। ਬਿਲਕੁਲ ਐਸਾ ਹੀ ਹੈ, ਬਿਲਕੁਲ ਐਸਾ ਹੀ ਦੇਖਣ ਵਾਲਾ ਤੁਹਾਡੀ ਬਿਆਨ ਨੂੰ ਸੁਣ ਕੇ ਕਹੇ ਯਾਰ ਕੋਈ ਅੱਛਾ ਬੰਦਾ ਹੀ ਹੈ, ਬੁਰਾ ਨਾ ਤੁਹਾਨੂੰ ਕਹੇ। ਬਿਲਕੁਲ ਜੀ, ਬਿਲਕੁਲ। ਹਰ ਬੰਦੇ ਨੂੰ ਜਦੋਂ ਤੁਸੀਂ ਇਹ ਸੋਚ ਰੱਖੋਗੇ ਤੇ ਇਨਸ਼ਾਅੱਲਾ ਬਹੁਤ ਅੱਛਾ ਹੀ ਹੋਏਗਾ। ਬਿਲਕੁਲ ਮੈਂ ਉਮੀਦ ਕਰਨਾ ਕਿ ਜਿਹੜੇ ਮੇਰੇ ਭਰਾ ਫੇਸਬੁੱਕ ਤੇ ਲੜਦੇ ਝਗੜਦੇ ਨੇ, ਇੱਕ ਦੂਜੇ ਨੂੰ ਗਾਲੀ ਗਲੋਚ ਕਰਦੇ ਨੇ, ਬੁਰੇ ਅਲਫਾਜ਼ ਬੋਲਦੇ ਨੇ, ਮੈਂ ਉਹਨਾਂ ਅੱਗੇ ਰਿਕੁਐਸਟ ਕਰਨਾ ਕਿ ਕੋਈ ਬੰਦਾ ਨੀਵਾਂ ਨਹੀਂ ਹੋ ਜਾਂਦਾ ਕਿਸੇ ਨੇ ਅੱਛਾ ਲਫ਼ਜ਼ ਬੋਲਿਆ। ਉਹ ਉਲਟਾ ਤੁਹਾਡੀ ਆਪਣੀ ਸਿਫਤ ਹੁੰਦੀ ਹੈ, ਅਗਰ ਤੁਸੀਂ ਕਿਸੇ ਨਾਲ ਅੱਛਾ ਬੋਲਦੇ ਹੋ ਤਾਂ ਤੁਹਾਡੀ ਆਪਣੀ ਸਿਫਤ, ਤੁਹਾਡਾ ਆਪਣਾ ਲਾਲਚ ਤਾਂ ਕਿ ਤੁਹਾਨੂੰ ਵੀ ਕੋਈ ਅੱਛਾ ਕਰੇ। ਬਿਲਕੁਲ ਜੀ, ਜੀ ਕਹੋਗੇ ਤੇ ਜੀ ਕਹਾਓਗੇ ਜੀ ਦੂਸਰੇ ਲਫ਼ਜ਼ਾਂ 'ਚ। ਹੁਣ ਅੱਜ ਕਿਹੜਾ ਦੌਰ ਹੈ ਮੈਂ ਤੁਹਾਨੂੰ ਕੁਝ ਕਹਾਂ ਤੇ ਤੁਸੀਂ ਨਾ ਮੈਨੂੰ ਕਹੋ। ਬਿਲਕੁਲ, ਬੜੀ ਅੱਛੀ ਗੱਲ ਕੀਤੀ ਉਸਤਾਦ ਇਮਤਿਆਜ਼ ਹੀਰਾ ਬੀਨਾ ਵਾਲਿਆਂ ਨੇ ਜੀ। ਉਸਤਾਦ ਜੀ ਚਲਦਿਆਂ ਸਾਡੇ ਦੋਸਤਾਂ ਨੂੰ ਕੋਈ ਟਿਪਸ ਦੇ ਦਿਓ ਕਿ ਜਿਹੜਾ ਅੱਜ ਦਾ ਮੌਸਮ ਅੱਜ ਕੱਲ ਚੱਲ ਰਿਹਾ ਹੈ ਉਹਦੇ ਬਾਰੇ 'ਚ ਆਪਣੇ ਕਬੂਤਰਾਂ ਦੀ ਦੇਖਭਾਲ ਕਰ ਸਕਣ। ਜੀ ਅੱਜ ਕੱਲ ਚੁੱਕੇ ਐਤਕੀ ਜ਼ਿਆਦਾ ਸਰਦੀ 'ਚ ਕਬੂਤਰ ਪੁੱਟਣੇ ਪਏ ਨੇ। ਸਹੀ। ਤੇ ਇਹਦੇ ਵਾਸਤੇ ਮੈਂ ਦੋਸਤਾਂ ਨੂੰ ਕਹਾਂਗਾ ਕਿ ਇਹਨਾਂ ਨੂੰ ਕੋਈ ਗਰਮ ਪਾਣੀ ਸ਼ਾਨੀ, ਇਹਨਾਂ ਨੂੰ ਟਾਈਮ ਦੇ ਨਾਲ ਅੰਦਰ ਕਰਕੇ ਤੇ ਦਾਣਾ ਸ਼ਾਨਾ ਟਾਈਮ ਨਾਲ, ਅੱਛਾ ਦਾਣਾ ਕੋਈ ਗਰਮ ਸ਼ਰਮ ਦਾਣਾ ਜਿਸ 'ਚ ਕੋਈ ਮੋਠ ਹਲਸੀ ਵਗੈਰਾ ਪਾ ਲਓ ਤਾਂ ਕਿ ਕਬੂਤਰ ਥੋੜੇ ਨਿੰਗੇ ਨੁੰਗੇ ਰਹਿਣ। ਤੇ ਇਹ ਜਿਹੜੇ 15 ਦਿਨ ਹੋਰ ਨੇ ਆ ਤੁਹਾਡੇ ਲੰਘ ਜਾਣ, ਅੱਗੋਂ ਫਿਰ ਮੌਸਮ ਠੀਕ ਹੋ ਜਾਏਗਾ, ਫਿਰ ਕੋਈ ਗੱਲ ਨਹੀਂ। ਬਿਲਕੁਲ ਠੀਕ ਹੈ। ਮੇਰੇ ਕੱਲ ਹੀ ਪੁੱਟੇ ਨੇ ਤੁਸੀਂ ਵੀ ਆਪਣੇ। यासर भट्ट साहब कह रहे ने इंग्लैंड तो शौक में उस्तादी शागिर्दी के मौजूदा रायजी निज़ाम के बारे में आपकी क्या राय है, आपके उस्तादी का क्या म्यार है? यासर भट्ट साहब मेरा ख्याल है ये शौक का जो ਤੁਹਾਡੇ ਸਵਾਲ ਦਾ ਜਵਾਬ ਤੇ ਇੰਗਲੈਂਡ 'ਚ ਹੀ ਰਹਿਣ ਦਿਓ ਤੇ ਬਿਹਤਰ ਹੈ ਮੇਰੇ ਖਿਆਲ ਨਾਲ, ਕਿਉਂਕਿ ਉਸਤਾਦਾਂ ਕੋਲ ਤੇ ਅਸੀਂ ਇਹੋ ਜਿਹੇ ਸਵਾਲ ਪੁੱਛੀਏ ਤੇ ਮੁਨਾਸਬ ਨਹੀਂ ਲੱਗਦਾ। ਆਪਸ 'ਚ ਬੈਠੇ ਹੋਈਏ ਬੰਦੇ, ਅਸੀਂ ਛੋਟੇ ਖਿਲਾੜੀ ਜਿਹੜੇ ਆ ਜਿੰਦਾ ਮਰਜ਼ੀ ਸਵਾਲ ਆਪਸ 'ਚ ਕਰੀਏ ਤੇ ਅੱਛੀ ਗੱਲ ਹੈ। ਉਸਤਾਦਾਂ ਦੇ ਕੋਲੋਂ ਇਹੋ ਜਿਹਾ ਸਵਾਲ ਜਵਾਬ ਨਹੀਂ ਕਰਨਾ ਚਾਹੀਦਾ। ਮਾਜ਼ਰਤ ਚਾਹੁੰਦਾ ਤੁਹਾਡੇ ਕੋਲੋਂ ਕੋਈ ਹੋਰ ਸਵਾਲ ਕਰੋ ਜਿਹਦਾ ਜਵਾਬ ਅਸੀਂ ਉਸਤਾਦ ਹੋਰਾਂ ਕੋਲ ਲਈਏ।
ਜਿਸ ਤਰ੍ਹਾਂ ਜੀ ਬਹੁਤ ਸਾਰੇ ਦੋਸਤ ਤੁਹਾਨੂੰ ਸਲਾਮ ਕਹਿ ਰਹੇ ਨੇ, ਉਹ ਲਗਾਤਾਰ ਕਹੀ ਜਾ ਰਹੇ ਨੇ, ਕਾਫੀ ਸਾਰੇ ਯਾਨੀ ਕਿ ਜਿਹੜਾ ਆਂਦਾ ਤੁਹਾਡੇ ਨਾਲ ਸਲਾਮ ਲੈ ਰਿਹਾ ਹੈ। ਭਾਈ ਸਾਹਿਬ ਤੁਹਾਨੂੰ ਵੀ ਸਲਾਮ ਕਹਿ ਰਹੇ ਨੇ, ਤੁਸੀਂ ਜਾਨੀ ਮਾਨੀ ਸ਼ਖਸੀਅਤ ਹੋ, ਖਾਦਮੇ ਆਲਾ ਸ਼ੌਕ ਜੀ ਸਿਆਲਕੋਟ ਦੇ ਜੀ। ਜੀ ਭਾਈ ਸਾਹਿਬ ਨੇ ਬੜੀ ਮਿਹਨਤ ਕੀਤੀ ਹੈ ਜਨਾਬ ਤੁਹਾਡੇ ਨਾਲ, ਅਸੀਂ ਇਹਨਾਂ ਦੇ ਬੜੇ ਉਹ ਮਸ਼ਕੂਰ ਭਾਈ ਸਾਹਿਬ ਵੀ ਹਾਂ। ਕਿਸੇ ਦਿਨ ਤੁਹਾਡੇ ਕਬੂਤਰਾਂ ਦਾ ਵੀ ਸ਼ੌਕ ਕਰਾਉਣਾ ਹੈ, ਕੀ ਖਿਆਲ ਹੈ? ਕਰਵਾਓਗੇ ਸਾਨੂੰ ਸ਼ੌਕ? ਚਲੋ ਜੀ ਠੀਕ ਹੈ, ਕਿਉਂਕਿ ਸੁਣਿਆ ਹਾਜੀ ਸਾਹਿਬ ਦੇ ਕੋਲ ਵੀ ਪਰਿੰਦੇ ਬਹੁਤ ਬੜੇ nice ਅੱਛੇ ਨੇ। ਆਦਮੀ ਨੇ, ਅਸੀਂ ਇਹਨਾਂ ਨੂੰ ਸਮਝਦੇ ਹਾਂ, ਔਰ ਇਹਨਾਂ ਨੇ ਬੜੀ ਮਿਹਨਤ ਕੀਤੀ ਹੈ ਸਿਆਲਕੋਟ ਕੱਪ ਵਾਸਤੇ। ਇਹਨਾਂ ਨੇ ਬੜੀਆਂ ਦੌੜਾਂ ਲਾਈ ਦੀਆਂ ਨੇ। ਆਲਾ ਪਰਿੰਦੇ ਔਰ ਮੈਂ ਅੱਜ ਤੱਕ ਇੱਕ ਹੋਰ ਗੱਲ ਬੜੀ ਤੁਹਾਨੂੰ ਅੱਛੀ ਦੱਸਾਂ ਜੀ ਜੀ ਕਿ ਸਿਆਲਕੋਟ ਦਾ ਕੋਈ ਖਿਲਾੜੀ ਅੱਜ ਤੱਕ ਮੇਰੇ ਨਾਲ ਨਾਰਾਜ਼ ਹੋ ਕੇ ਸਾਡੀ ਕਲੱਬ ਚੋਂ ਬਾਹਰ ਨਹੀਂ ਗਿਆ। ਭਾਈ ਸਾਹਿਬ ਤੁਸੀਂ ਬੜੀ ਅੱਛੀ ਤੇ ਭਾਈ ਪਿਆਰ ਸਾਹਿਬ, ਵਾਲੀ ਤੁਹਾਡੀ ਇੱਕ ਸ਼ਖਸੀਅਤ ਹੋ, ਹਰ ਆਪਣੀ ਬੰਦਾ ਤੁਹਾਨੂੰ ਪਿਆਰ ਸ਼ਖਸੀਅਤ ਹੈ ਕਰਦਾ ਯਾਰ, ਹੈ। ਤੁਸੀਂ ਬਹੁਤ ਅੱਛੇ ਆਦਮੀ ਹੋ, ਤੁਸੀਂ ਸਾਡੇ ਬਜ਼ੁਰਗ ਹੋ, ਅਸੀਂ ਤੁਹਾਡੀ ਰਿਸਪੈਕਟ ਕਰਨੇ ਆ, ਇੱਜ਼ਤ ਕਰਨੇ ਆ। ਸਾਡਾ ਜ਼ਮ ਇਹ ਹੁੰਦਾ ਕਿ ਕਿਸੇ ਨੂੰ ਨਾਰਾਜ਼ ਨਾ ਕਰਨਾ, ਇੱਜ਼ਤ ਬਖਸ਼ੀਏ। ਪਤਾ ਕਿਸੇ ਨੂੰ ਕੀ ਹੈ, ਨਾਰਾਜ਼ ਨਾ ਕਰੀਏ। ਉਸਤਾਦ ਜੀ ਦੇਖੋ, ਹਾਂ ਉਹ ਪੈਸੇ ਵੱਲੋਂ ਮਾੜਾ ਹੈ ਜਾਂ ਤਗੜਾ ਹੈ, ਬਿਲਕੁਲ। ਸਾਡੇ ਲਈ ਜਿਹੜਾ ਸ਼ੌਕੀਨ ਬੰਦਾ ਹੈ ਨਾ ਉਹ ਇੱਕ ਬਰਾਬਰ ਹੈ। ਮੇਰੀ ਫੈਕਟਰੀ ਕੋਈ ਕੰਮ ਵੱਲੋਂ ਬੰਦਾ ਕੋਈ ਕੰਮ ਦੇ ਮੁਤਲਕ ਕੋਈ ਦੂਜਾ ਹੈ ਤੇ ਉਹ ਗਨਮੈਨ ਨੂੰ ਹੁੰਦਾ ਹੈ ਸਾਡੇ ਚੌਕੀਦਾਰ ਨੂੰ ਕਿ ਪੁੱਛ ਕੇ ਸਾਨੂੰ ਉੱਪਰ ਆਉਂਦੇ ਨੇ, ਅੰਦਰ ਆਉਂਦੇ ਨੇ, ਸਹੀ ਉਹਨੇ ਬਾਤ। ਤੇ ਉੱਥੇ ਬਾਹਰ ਬਹਾਨਾ ਦੋਸਤ। ਲੇਕਿਨ ਜਦੋਂ ਕਿਸੇ ਨੂੰ ਕਿਹਾ ਦਾ ਕਿ ਕਬੂਤਰਾਂ ਨੂੰ ਕੋਈ ਨਾ ਲਵੇ ਉਹਨੂੰ ਨਹੀਂ ਰੋਕਣਾ, ਠੀਕ ਹੈ। ਉਹਨੂੰ ਸਿੱਧਾ ਉੱਪਰ ਹੀ ਭੇਜ ਦੇਣਾ। ਲੋ ਦੋਸਤੋ, ਸੁਣਿਆ ਹੈ ਕਿ ਸ਼ੌਕ ਦੇ ਲਿਹਾਜ਼ ਨਾਲ ਉਸਤਾਦ ਹੋਰਾਂ ਕਿੱਡੀ ਅੱਛੀ ਗੱਲ ਕੀਤੀ ਹੈ ਕਿ ਗਨਮੈਨ ਨੂੰ ਆਰਡਰ ਹੈ ਕਿ ਕੋਈ ਬੰਦਾ ਆਏ ਤੇ ਉਹਨੂੰ ਅੱਛੀ ਤਰ੍ਹਾਂ ਚੈੱਕ ਕਰਨਾ ਹੈ ਤੇ ਬਾਹਰ ਬਿਠਾਣਾ ਹੈ, ਤੇ ਜੇ ਕੋਈ ਸ਼ੌਕੀਨ ਕਬੂਤਰਾਂ ਵਾਲਾ ਆ ਜਾਏ ਤੇ ਨਾ ਉਹਨੂੰ ਚੈੱਕ ਕਰਨਾ ਹੈ ਤੇ ਨਾ ਉਹਨੂੰ ਖਿਲਾਰਨਾ, ਉਹਨੂੰ ਡਾਇਰੈਕਟ ਉੱਤੇ ਛੱਤ ਤੇ ਘੱਲ ਦੇਣਾ ਹੈ। ਇਹਨੂੰ ਕਹਿੰਦੇ ਨੇ ਸ਼ੌਕ। ਲੋ ਦੋਸਤੋ, ਹੁਣ ਸ਼ਾਮ ਪੈ ਰਹੀ ਏ ਤੇ ਨਾਲੇ ਮੌਸਮ ਵੀ ਠੰਡਾ ਹੋ ਰਿਹਾ ਹੈ, ਅੰਧੇਰਾ ਵੜ ਰਿਹਾ ਹੈ ਤੇ ਦਿਲ ਤੇ ਨਹੀਂ ਕਰਦਾ, ਗੱਲਾਂ ਬੜੀਆਂ ਮਜ਼ੇਦਾਰ ਹੋ ਰਹੀਆਂ ਨੇ ਤੇ ਮਹਿਫਲ ਵੀ ਭਖੀ ਦੀ ਏ ਦੋਸਤਾਂ ਦੀ। ਤੇ ਜਿਸ ਤਰ੍ਹਾਂ ਵਕਤ ਗੁਜ਼ਰਦਾ ਜਾ ਰਿਹਾ ਹੈ, ਅੰਧੇਰਾ ਜ਼ਿਆਦਾ ਹੁੰਦਾ ਜਾਏਗਾ ਤੇ ਉਸਤਾਦ ਹੋਰਾਂ ਕੋਲੋਂ ਬੜੀ ਮੁਸ਼ਕਲ ਨਾਲ ਕੀਮਤੀ ਵਕਤ ਉਹਨਾਂ ਦੇ ਵਿੱਚੋਂ ਸਾ ਟਾਈਮ ਲਿਆ ਹੈ, ਤੁਹਾਡੇ ਨਾਲ ਮੁਲਾਕਾਤ ਕਰਾਈਏ, ਉਹਨਾਂ ਦੀ ਬਰੀਡ ਦਿਖਾਈਏ ਤੇ ਤੁਸੀਂ ਸਾਨੂੰ ਕਮੈਂਟਸ ਕਰਕੇ ਦੱਸਣਾ ਹੈ ਕਿ ਸਾਡਾ ਪ੍ਰੋਗਰਾਮ ਤੁਹਾਨੂੰ ਕੈਸਾ ਲੱਗਾ ਹੈ। ਉਸਤਾਦ ਇਮਤਿਆਜ਼ ਹੀਰਾ ਬੀਨਾ ਵਾਲੇ ਜਿਹੜੇ ਨੇ, ਉਹਨਾਂ ਦੀ ਸ਼ਖਸੀਅਤ ਕੈਸੀ ਲੱਗੀ ਏ। ਅੱਜ ਨਸੀਮ ਬੂਟੀ ਸਾਹਿਬ ਦੀ ਵੀ ਤੁਹਾਡੇ ਨਾਲ ਗੁਫ਼ਤਗੂ ਹੋਈ ਏ, ਉਹਨਾਂ ਦੇ ਬਾਰੇ 'ਚ ਵੀ ਸਾਨੂੰ ਕਮੈਂਟਸ ਜ਼ਰੂਰ ਕਰੋ। ਵੀਡੀਓ ਦੇ ਬੰਦ ਹੋਣ ਤੋਂ ਬਾਅਦ ਅਸੀਂ ਤੁਹਾਡੇ ਕਮੈਂਟਸ ਚੈੱਕ ਕਰਾਂਗੇ ਤੇ ਅਸੀਂ ਤੁਹਾਨੂੰ ਸ਼ੌਕ ਕਰਵਾ ਰਹੇ ਹਾਂ ओरिजिनल नस्लें प्लस उड़ान है पहचान मंथली हायर फ्लायर मैगजीन ਦੇ ਦੋਸਤ ਨਾਲ। ਚਲੋ ਇਨਸ਼ਾਅੱਲਾ ਤੇ ਤੁਸੀਂ ਸਾਡੀ ਵੀਡੀਓ ਨੂੰ ਬਰਾਏ ਮਿਹਰਬਾਨੀ ਲਾਜ਼ਮ ਲਾਈਕ ਐਂਡ ਸ਼ੇਅਰ ਕਰਨਾ ਹੈ। ਲਾਈਕ ਕਰੋ ਨਾ ਕਰੋ, ਸ਼ੇਅਰ ਜ਼ਰੂਰ ਕਰੋ ਤਾਂ ਕਿ ਹੋਰ ਵੀ ਦੋਸਤ ਤੁਹਾਡੇ ਵਾਂਗਣਾ ਦੇਖ ਸਕਣ। ਮੇਰੀ ਇੱਕ ਲਾਸਟ ਗੱਲ ਜੀ ਹਾਜੀ ਸਾਹਿਬ, ਜਿੰਨੀਆਂ ਤੁਸੀਂ ਕਹੋਗੇ ਤੁਹਾਡੀਆਂ ਗੱਲਾਂ ਕਰਾਉਂਦੇ ਆ। ਲਓ ਜੀ ਹਾਜੀ ਸਾਹਿਬ ਤੁਹਾਨੂੰ ਕੋਈ पैगाम देना चाह रहे हैं जी दोस्तों, सुनो हाजी साहब की कह रहे हैं। मैं तमाम दोस्तों के आगे दरखास्त करूंगा कि हमारी क्लब के एक अहम रुकन जनाब मियाँ यकूब साहब उम्रे के लिए जा रहे हैं, उनके माशाल्लाह लिए दुआ करें कि अल्लाह ताला उन्हें खैर कीजिए से खड़े और खैर कीजिए से फिर वो हमारे साथ आकर टूर्नामेंट में माशाल्लाह जी। काम करें। आमीन जी, आमीन आमीन जी। मियाँ यकूब साहब भी बड़ी प्यारी शख्सियत ਦੇ ਮਾਲਕ ਨੇ, ਸਾਡੇ ਸਿਆਲਕੋਟ ਦੇ ਬੜੇ ਚਿਹਰਾ ਮੋਹਰਾ ਨੇ। ਮੀਆਂ ਯਕੂਬ ਸਾਹਿਬ ਵੀ ਬੜੀ ਪਿਆਰ ਵਾਲੀ ਆਦਤ ਹੈ ਮੀਆਂ ਯਕੂਬ ਸਾਹਿਬ ਦੀ, ਸ਼ਹਜ਼ਾਦੇ ਬੰਦੇ ਨੇ ਜੀ। ਅੱਲਾ ਉਹਨਾਂ ਨੂੰ ਖੈਰ ਨਾਲ ਖੜੇ, ਖੈਰ ਨਾਲ ਲਿਆਏ। ਤੇ ਮੀਆਂ ਯਕੂਬ ਸਾਹਿਬ, ਮੈਨੂੰ ਪਤਾ ਹੈ ਕਿ ਅਮੂਮਨ ਮੀਆਂ ਯਕੂਬ ਸਾਹਿਬ ਮੇਰੀ ਵੀਡੀਓ ਦੇਖ ਰਹੇ ਹੁੰਦੇ ਨੇ ਤੇ ਬੜੇ ਸ਼ੌਕ ਨਾਲ ਦੇਖਦੇ ਨੇ ਮੀਆਂ ਯਕੂਬ ਸਾਹਿਬ ਮੇਰੀ ਵੀਡੀਓ। ਤੇ ਜੇ ਮੀਆਂ ਸਾਹਿਬ ਤੁਸੀਂ ਇਸ ਟਾਈਮ ਦੇਖ ਰਹੇ ਹੋ ਤੇ ਮੇਰੇ ਵਾਸਤੇ ਵੀ ਜਾ ਕੇ ਦੁਆ ਕਰਨੀ ਹੈ ਤੇ ਜਿੰਨੇ ਵੀ ਸਾਡੇ ਦੋਸਤ ਭਰਾ ਨੇ ਸਭ ਵਾਸਤੇ ਦੁਆ ਕਰਨੀ ਹੈ। ਤੇ ਲੋ ਦੋਸਤੋ, ਸਾਨੂੰ ਇਜਾਜ਼ਤ ਦਿਵੋ ਤੇ ਫਿਰ ਤੁਹਾਡੇ ਨਾਲ ਇਨਸ਼ਾਅੱਲਾ ਮੁਲਾਕਾਤ ਹੋਏਗੀ ਨਵੀਂ ਜਗ੍ਹਾ ਤੇ ਨਵੇਂ ਸ਼ੌਕ ਦੇ ਨਾਲ। ਉਡਾਨ ਹੈ ਪਹਿਚਾਨ ਮੰਥਲੀ ਹਾਈ ਫਲਾਇਰ ਮੈਗਜ਼ੀਨ, ਫੇਸਬੁੱਕ ਪੇਜ ओरिजिनल ਨਸਲਾਂ ਦੇ ਦੋਸਤ ਨਾਲ ਤੁਹਾਨੂੰ ਸ਼ੌਕ ਕਰਵਾਇਆ ਹੈ। ਤੇ ਆਪਣੀਆਂ ਦੁਆਵਾਂ ਸਾਨੂੰ ਜ਼ਰੂਰ ਯਾਦ ਰੱਖਿਓ, ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਹੈ। ਤੇ ਓਕੇ ਜੀ, ਅੱਲਾ ਹਾਫਿਜ਼ ਤੇ ਰੱਬ ਰਾਖਾ ਜੀ। अस्सलाम वालेकुम।